ਫਰੋਡ ਕਾਲਸ ਆਉਂਦੀਆਂ ਨੇ ਉਹ ਹਾਲਾਂਕਿ ਹਰੇਕ ਦੇਸ਼ ਦੇ ਵਿੱਚ ਹੁੰਦੀਆਂ ਨੇ, ਪਰ ਕੈਨੇਡਾ ਦੇ ਵਿੱਚ ਇਹਦੀ ਮਾਤਰਾ ਬਹੁਤ ਵੱਧ ਚੁੱਕੀ ਹੈ ਤੇ ਭੋਲੇ ਭਾਲੇ ਖਾਸ ਕਰ ਬਜ਼ੁਰਗ ਲੋਕ, ਅਣਜਾਣ ਲੋਕ ਇਹਦਾ ਸ਼ਿਕਾਰ ਹੋ ਰਹੇ ਨੇ। ਤੁਹਾਡੇ ਘਰ ਦੇ ਦਰਵਾਜ਼ੇ ਉੱਤੇ ਆ ਕੇ ਕੋਈ ਬੂਹਾ ਖੜਕਾਉਂਦਾ ਹੈ ਤੇ ਆ ਕੇ ਤੁਹਾਨੂੰ ਕਹਿੰਦਾ ਜੀ ਕਿ ਤੁਸੀਂ ਆਪਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਕੁਝ ਪੈਸੇ ਚਾਹੀਦੇ ਨੇ ਇਸ ਘਰ ਦੇ ਵਿੱਚੋਂ। ਹੁਣ ਦੇਖੋ ਹਰ ਇੱਕ ਕੋਈ ਜਿਹੜਾ ਹੈਗਾ ਜਦੋਂ ਫਾਈਨੈਂਸ਼ੀਅਲ ਤੌਰ ਤੇ ਅਸੀਂ ਗੱਲ ਕਰਨੇ ਕੈਨੇਡਾ ਵਿੱਚ ਪਰੇਸ਼ਾਨ ਹੈਗਾ, ਭਾਵੇਂ ਉਹ ਲੋਕ ਇੱਥੇ ਪਹਿਲੇ ਸਮੇਂ ਤੋਂ ਰਹਿ ਰਹੇ ਨੇ ਜਾਂ ਹੁਣ ਨਵੇਂ ਲੋਕ ਆਏ ਹੈਗੇ ਨੇ। ਗਲਤ ਪੇਪਰਸ ਉੱਤੇ ਸਾਈਨ ਕਰਵਾ ਲਏ ਜਾਂਦੇ ਹੈਗੇ ਨੇ, ਲੋਕਾਂ ਨੂੰ ਇਹ ਕਿਹਾ ਜਾਂਦਾ ਤੁਹਾਡੇ ਘਰ ਦੀ ਅਸੀਂ ਰੈਨੋਵੇਸ਼ਨ ਕਰਾਂਗੇ ਜਾਂ ਇੱਥੇ ਕੁਝ ਹੋਰ ਐਡ ਕਰ ਦਾਂਗੇ। ਸੋ ਜਦੋਂ ਇਹ ਸਭ ਕੁਝ ਹੋ ਜਾਂਦਾ ਹੈ ਦੁਬਾਰਾ ਤੋਂ ਉਹੀ ਲੋਕ ਆ ਕੇ ਫਿਰ ਕਹਿੰਦੇ ਨੇ ਜੀ ਤੁਹਾਡੇ ਘਰ ਦੇ ਸਾਨੂੰ ਚੈੱਕ ਕੱਟ ਕੇ ਦਿਓ। ਜਿਹੜੀ ਚੀਜ਼ $100 ਵਿੱਚ ਸ਼ਾਇਦ ਠੀਕ ਹੋ ਸਕਦੀ ਸੀ ਉਹਦਾ ਸ਼ਾਇਦ $1500 ਤੋਂ $2000 ਤੱਕ ਲੈਂਦੇ ਨੇ। ਜ਼ਿਆਦਾਤਰ ਇਹ ਲੋਕ ਜਿਹੜੇ ਨੇ ਨਾ ਬਾਹਰਲੇ ਮੁਲਕਾਂ 'ਚ ਬੈਠੇ ਹੋਏ ਨੇ। ਸੋ ਮਿਸਾਲ ਦੇ ਤੌਰ ਦੇ ਉੱਤੇ ਇਹ ਜ਼ਿਆਦਾਤਰ ਪਾਕਿਸਤਾਨ ਤੋਂ ਕਾਲਾਂ ਆ ਰਹੀਆਂ ਜਾਂ ਈਵਨ ਇੰਡੀਆ ਤੋਂ ਕਾਲਾਂ ਆਉਂਦੀਆਂ ਨੇ। ਰੀਅਲ ਐਸਟੇਟ ਦਾ ਬੜਾ ਰੌਲਾ ਪਿਆ ਸੀ ਕਿ ਅਸੀਂ ਇੰਡੀਆ ਤੋਂ ਪੈਸੇ ਨਹੀਂ ਮੰਗਵਾ ਸਕਦੇ ਜਾਂ ਫੋਰਨ ਕੰਟਰੀ ਤੋਂ ਪੈਸੇ ਨਹੀਂ ਮੰਗਵਾ ਸਕਦੇ, ਬਟ ਗਵਰਨਮੈਂਟ ਨੇ ਹੁਣ ਯੂ ਟਰਨ ਲਿਆ ਆ ਜੀ, ਬਹੁਤ ਜ਼ਿਆਦਾ ਸੌਖਾ ਕਰਤਾ ਆ ਦੁਬਾਰੇ ਬਾਹਰੋਂ ਪੈਸਾ ਮੰਗਵਾਉਣਾ। ਉਸ ਲਾਅ ਬਾਰੇ ਸਾਨੂੰ ਦੱਸਿਓ ਜੀ। ਫੈਡਰਲ ਦੇ ਬਜਟ ਦੇ ਅਕੋਰਡਿੰਗ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ। ਇੱਕ ਤੇ ਜਿਹੜੇ ਸ਼ਰਾਬ ਪੀਣ ਵਾਲੇ ਨੇ ਜੀ ਉਹ ਹੋਰ ਥੋੜ੍ਹਾ ਜਿਹਾ ਖਰਚਾ ਕਰਨ ਲਈ ਤਿਆਰ ਹੋ ਜਾਣ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 6.5% ਟੈਕਸ ਜਿਹੜਾ ਵਧਾਇਆ ਜਾਏਗਾ, ਲੇਕਿਨ ਇਸ ਦੇ ਉੱਤੇ ਬਹੁਤ ਹਾਹਾਕਾਰ ਮਚਿਆ ਤੇ ਹੁਣ 1 ਸਾਲ ਵਾਸਤੇ ਸਰਕਾਰ ਨੇ ਕਿਹਾ ਕਿ ਸਿਰਫ 2% ਅਸੀਂ ਜੋ ਹੈ ਐਕਸਾਈਜ਼ ਵਧਾਵਾਂਗੇ। The excise tax on alcohol was set to increase by 6.3% ਜੀ April 1। ਐਬਸੋਲੂਟਲੀ 40 ਸਾਲਾਂ 'ਚ ਪਹਿਲੀ ਵਾਰ ਹੈ ਜੀ ਇਦਾਂ ਹੋਇਆ। ਜੀ ਬਿਲਕੁਲ, ਪਹਿਲੀ ਵਾਰ ਹੋ ਰਿਹਾ ਜੀ 4 ਦਹਾਕਿਆਂ ਤੋਂ ਬਾਅਦ ਜੋ ਹੈ ਕਿ ਇੰਨਾ ਇੰਟਰਸਟਡ ਵਧਾਇਆ ਜਾਣਾ ਸੀ, ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਕਿ 6.3% ਵਧੇਗਾ, ਲੇਕਿਨ 1 ਸਾਲ ਵਾਸਤੇ ਸਿਰਫ ਇਸ ਫਿਸਕਲ ਈਅਰ ਜਿਹੜਾ ਇਹ ਹੈਗਾ 2023-2024 ਦਾ ਸਾਲ ਜਿਹੜਾ ਹੈ ਇਹਦੇ ਵਿੱਚ ਸਿਰਫ 2% ਉਹ ਵਧਾ ਰਹੇ ਹੈਗੇ ਨੇ। ਦਰਸ਼ਕੋ, ਅੱਜ ਦੇ ਕੈਨੇਡਾ ਨਾਓ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਦਾਰ ਹਰਪ੍ਰੀਤ ਸਿੰਘ ਸਰੀ ਸਟੂਡੀਓ ਤੋਂ ਸਾਡੇ ਨਾਲ ਮੌਜੂਦ ਨੇ ਖਬਰਾਂ ਦੇ ਉੱਤੇ ਚਰਚਾ ਕਰਨ ਲਈ। ਕੈਨੇਡਾ ਦੀਆਂ ਤੇ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਹੁੰਦੀ ਹੈ ਤੇ ਕਹਿੰਦੇ ਕਿ ਜਿਹੜਾ ਸ਼ਖਸ ਆਪਣੇ ਥਾਟਸ ਸ਼ੇਅਰ ਕਰਦਾ ਆ, ਸਾਰੀਆਂ ਖਬਰਾਂ ਪੜ੍ਹ ਕੇ ਜਾਂ ਲਿਟਰੇਚਰ ਨੂੰ ਪੜ੍ਹ ਕੇ ਤੁਹਾਡੇ ਤੱਕ ਸਾਰਾ ਨਿਚੋੜ ਲੈ ਕੇ ਆਉਂਦਾ ਆ, ਉਹਨੂੰ ਅਸੀਂ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ ਤੇ ਉਹਦੇ ਉੱਤੇ ਕਮੈਂਟ ਵੀ ਕਰਦੇ ਹਾਂ। ਕੋਸ਼ਿਸ਼ ਕਰਿਓ ਕਿ YouTube ਦੇ ਉੱਤੇ, Facebook ਦੇ ਉੱਤੇ ਜਾਂ ਹੋਰ ਕਿਸੇ ਵੀ ਪਲੇਟਫਾਰਮ ਤੇ ਜਿੱਥੇ ਪ੍ਰੋਗਰਾਮ ਤੁਸੀਂ ਦੇਖੋ ਉੱਥੇ ਜ਼ਰੂਰ ਕਮੈਂਟ ਕਰਿਓ, ਕਿਉਂਕਿ ਹਰਪ੍ਰੀਤ ਸਿੰਘ ਹੋਣੀ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਿਰਫ ਦਰਸ਼ਕਾਂ ਨੂੰ ਅਵੇਅਰ ਕਰਨ ਲਈ ਤੇ ਕੈਨੇਡਾ ਦੀਆਂ ਖਬਰਾਂ ਯਾਨੀ ਕਿ ਮੇਨ ਸਟ੍ਰੀਮ ਕੈਨੇਡੀਅਨ ਪੋਲੀਟਿਕਸ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਨੇ, ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਮੀਡੀਆ ਹੈਗੇ ਆ ਤੇ ਅੰਗਰੇਜ਼ੀ ਮੀਡੀਆ ਕਈ ਵਾਰ ਸਾਡੇ ਦੋਸਤਾਂ ਭੈਣਾਂ ਭਰਾਵਾਂ ਨੂੰ ਮੁਸ਼ਕਲ ਹੁੰਦਾ ਆ ਪੜ੍ਹਨਾ ਜਾਂ ਸੁਣਨਾ। ਕਈ ਬਜ਼ੁਰਗ ਨੇ ਜਿਨ੍ਹਾਂ ਨੂੰ ਬਹੁਤ ਮੁਸ਼ਕਲ ਸਮਝਣ ਦੇ ਵਿੱਚ। ਸੋ ਸਰਲ ਭਾਸ਼ਾ ਦੇ ਵਿੱਚ ਕੈਨੇਡਾ ਦੇ ਵੱਡੇ ਮੁੱਦੇ ਤੇ ਅੰਤਰਰਾਸ਼ਟਰੀ ਵੱਡੇ ਮੁੱਦੇ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਹਰਪ੍ਰੀਤ ਜੀ। ਹਰਪ੍ਰੀਤ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਵਿੰਦਰ ਜੀ, ਤੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਵੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਜੀ। ਹਰਪ੍ਰੀਤ ਜੀ, ਤੁਹਾਡੇ ਸਵਾਗਤ ਦੇ ਨਾਲ ਨਾਲ ਮੈਂ ਇਹ ਦੱਸਦਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਸਾਨੂੰ ਦਰਸ਼ਕਾਂ ਵੱਲੋਂ, ਜਿਹੜਾ ਕਿ ਇਸ ਪ੍ਰੋਗਰਾਮ ਨੂੰ ਦਿਨ ਬ ਦਿਨ ਲੋਕਾਂ ਦੇ ਇੰਤਜ਼ਾਰ ਦੇ ਵਿੱਚ ਬਦਲਦਾ ਜਾਂਦਾ ਹੈ। ਲੋਕ ਹੁਣ ਪੁੱਛਣ ਲੱਗ ਗਏ ਨੇ ਕਿ ਭਾਈ ਕਿਹੜੇ ਦਿਨ ਆਉਂਦਾ ਆ ਇਹ ਪ੍ਰੋਗਰਾਮ। ਸੋ ਮੈਂ ਦੱਸ ਦਿਆਂ ਕਿ ਜੀ ਭਾਰਤੀ ਸਮੇਂ ਅਨੁਸਾਰ ਸੈਟਰਡੇ ਨੂੰ ਤੇ ਇੱਥੇ ਸੈਟਰਡੇ ਈਵਨਿੰਗ ਹੋ ਜਾਂਦੀ ਹੈ ਜਦੋਂ ਇਹ ਪ੍ਰੋਗਰਾਮ ਆਉਂਦਾ ਆ, ਤੇ ਭਾਰਤੀ ਸਮੇਂ ਅਨੁਸਾਰ ਸੈਟਰਡੇ ਮਾਰਨਿੰਗ ਹੁੰਦੀ ਹੈ। ਸਮਾਂ ਤੁਹਾਨੂੰ ਪ੍ਰੋਮੋ ਦੇ ਵਿੱਚ ਦੱਸਾਂਗੇ ਨੈਕਸਟ ਟਾਈਮ। ਤੇ ਹਰਪ੍ਰੀਤ ਜੀ, ਇਹਦੇ ਵਿੱਚ ਦੋ ਚੀਜ਼ਾਂ ਖਬਰਾਂ ਦੇ ਵਿੱਚ ਆ ਰਹੀਆਂ ਨੇ। ਪੋਲੀਟਿਕਸ ਬਹੁਤ ਹਾਵੀ ਹੁੰਦੀ ਜਾ ਰਹੀ ਹੈ ਕਿਉਂਕਿ ਇਲੈਕਸ਼ਨ ਬਹੁਤ ਨੇੜੇ ਆ ਰਹੀ ਹੈ। ਦੂਜੇ ਪਾਸੇ ਕੈਨੇਡਾ ਦੇ ਵਿੱਚ ਫਰਾਡਸ, ਸਕੈਮਸ ਬਹੁਤ ਵੱਧ ਚੁੱਕੇ ਨੇ। ਬਹੁਤ ਸਾਰੇ ਬਜ਼ੁਰਗ ਭਰਾ ਭੈਣ ਸਾਡੇ ਉਹ ਤੰਗ ਨੇ। ਕਈ ਐਗਜ਼ਾਮਪਲਸ ਨੇ ਕਿ ਸੈਂਪਲਸ ਆ ਚੁੱਕੀਆਂ ਨੇ ਹਾਊਸਿੰਗ ਦੇ ਵਿੱਚ ਜਾਂ ਫਰਾਡ ਕਾਲਸ ਆਉਂਦੀਆਂ ਨੇ। ਉਹ ਹਾਲਾਂਕਿ ਹਰੇਕ ਦੇਸ਼ ਦੇ ਵਿੱਚ ਹੁੰਦੀਆਂ ਨੇ, ਪਰ ਕੈਨੇਡਾ ਦੇ ਵਿੱਚ ਇਹਦੀ ਮਾਤਰਾ ਬਹੁਤ ਵੱਧ ਚੁੱਕੀ ਹੈ ਤੇ ਭੋਲੇ ਭਾਲੇ ਖਾਸ ਕਰ ਬਜ਼ੁਰਗ ਲੋਕ,
ਅਣਜਾਣ ਲੋਕ ਇਹਦਾ ਸ਼ਿਕਾਰ ਹੋ ਰਹੇ ਨੇ ਜੀ। ਜੀ ਰਵਿੰਦਰ ਜੀ, ਬਿਲਕੁਲ ਤੁਸੀਂ ਸਹੀ ਕਿਹਾ। ਆਮ ਤੌਰ ਦੇ ਉੱਤੇ ਅਸੀਂ ਇਹੀ ਸਮਝਦੇ ਹਾਂ ਕਿ ਬਾਹਰਲੇ ਮੁਲਕਾਂ 'ਚ, ਖਾਸ ਤੌਰ 'ਤੇ ਕੈਨੇਡਾ ਵਰਗੇ ਮੁਲਕ ਦੇ ਵਿੱਚ, ਇੱਥੇ ਓਨੈਸਟੀ ਹੈਗੀ ਏ, ਇਮਾਨਦਾਰੀ ਦੇ ਨਾਲ ਲੋਕ ਰਹਿੰਦੇ ਨੇ। ਲੇਕਿਨ ਅਫਸੋਸ ਹੈ ਪਿਛਲੇ ਕੁਝ ਸਮੇਂ ਤੋਂ ਇਹ ਜਿਹੜੇ ਸਕੈਮਸ ਦਾ ਤੁਸੀਂ ਜ਼ਿਕਰ ਕੀਤਾ ਹੈ ਵੱਧਦੇ ਜਾ ਰਹੇ ਨੇ। ਓਨਟਾਰੀਓ ਵਿੱਚੋਂ ਹਾਲ ਹੀ ਵਿੱਚ ਇੱਕ ਖਬਰ ਆਈ ਜਿਹੜੀ ਬਹੁਤ ਹੀ ਚਿੰਤਾਜਨਕ ਹੈਗੀ ਹੈ, ਤੇ ਅੱਜ ਵਿਸਥਾਰ ਦੇ ਵਿੱਚ ਮੈਂ ਇਸ ਦੇ ਬਾਰੇ ਗੱਲਬਾਤ ਕਰਨਾ ਚਾਹਾਂਗਾ ਤੇ ਬੇਨਤੀ ਕਰਾਂਗਾ ਖਾਸ ਤੌਰ ਤੇ ਸਾਡੇ ਬਜ਼ੁਰਗਾਂ ਨੂੰ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ ਬਹੁਤ ਧਿਆਨ ਨਾਲ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ। ਹੋਇਆ ਕੀ ਹੈ ਜੀ ਕਿ ਲੋਕਾਂ ਨੂੰ ਆਪਣੀ ਮੌਰਗੇਜਸ ਜਿਹੜੀਆਂ ਨੇ ਉਹਦੇ ਉੱਤੇ ਵੀ ਹੇਰਾਫੇਰੀ ਕਰਤੀ ਕਈ ਲੋਕਾਂ ਨੇ, ਤੇ ਉਹਨਾਂ ਨੂੰ ਆਪਣੇ ਘਰ ਜਿਹੜੇ ਨੇ ਉਹ ਵੀ ਛੱਡਣੇ ਪੈ ਰਹੇ ਨੇ। ਉਹ ਲੋਕ ਹੋਮਲੈਸ ਹੋਣ ਜਾ ਰਹੇ ਨੇ। ਸੋ ਕੀ ਹੁੰਦਾ ਜੀ, ਇੱਕ ਬੜਾ ਸਿੰਪਲ ਸਿਸਟਮ ਬਣਾਇਆ ਹੋਇਆ। ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਤੇ ਆ ਕੇ ਕੋਈ ਬੂਹਾ ਖੜਕਾਉਂਦਾ ਹੈ ਤੇ ਆ ਕੇ ਤੁਹਾਨੂੰ ਕਹਿੰਦਾ ਜੀ ਕਿ ਤੁਸੀਂ ਆਪਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਕੁਝ ਪੈਸੇ ਚਾਹੀਦੇ ਨੇ ਇਸ ਘਰ ਦੇ ਵਿੱਚੋਂ। ਹੁਣ ਦੇਖੋ, ਹਰ ਇੱਕ ਕੋਈ ਜਿਹੜਾ ਹੈਗਾ, ਜਦੋਂ ਫਾਈਨੈਂਸ਼ੀਅਲ ਤੌਰ ਤੇ ਅਸੀਂ ਗੱਲ ਕਰਨੇ, ਕੈਨੇਡਾ ਵਿੱਚ ਪਰੇਸ਼ਾਨ ਹੈਗਾ, ਭਾਵੇਂ ਉਹ ਲੋਕ ਇੱਥੇ ਪਹਿਲੇ ਸਮੇਂ ਤੋਂ ਰਹਿ ਰਹੇ ਨੇ ਜਾਂ ਹੁਣ ਨਵੇਂ ਲੋਕ ਆਏ ਹੈਗੇ ਨੇ। ਸੋ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਤੁਸੀਂ ਆਪਣੇ ਘਰ 'ਚੋਂ ਪੈਸਾ ਲੈ ਕੇ ਆਪਣੇ ਘਰ 'ਤੇ ਹੀ ਲਾ ਸਕਦੇ ਹੋ, ਤਾਂ ਹਰ ਇੱਕ ਕੋਈ ਕਹਿੰਦਾ ਚਲੋ ਯਾਰ ਪੈਸੇ ਦੀ ਕਿਹਨੂੰ ਘੱਟ ਲੋੜ ਨਹੀਂ ਹੈਗੀ, ਤੇ ਉਹ ਪੈਸੇ ਦੀ ਵਰਤੋਂ ਕਰ ਲਈਏ ਅਸੀਂ। ਸੋ ਗਲਤ ਪੇਪਰਸ ਉੱਤੇ ਸਾਈਨ ਕਰਵਾ ਲਏ ਜਾਂਦੇ ਹੈਗੇ ਨੇ। ਲੋਕਾਂ ਨੂੰ ਇਹ ਕਿਹਾ ਜਾਂਦਾ ਤੁਹਾਡੇ ਘਰ ਦੀ ਅਸੀਂ ਰੈਨੋਵੇਸ਼ਨ ਕਰਾਂਗੇ ਜਾਂ ਇੱਥੇ ਕੁਝ ਹੋਰ ਐਡ ਕਰ ਦਾਂਗੇ। ਸੋ ਉਹਦੇ ਨਾਲ ਲੋਕ ਜਿਹੜੇ ਨੇ ਕਈ ਵਾਰ 25% ਦੇ ਉੱਤੇ ਜਿਹੜਾ ਹੈਗਾ ਇਹ ਇੰਟਰਸਟ ਲੈ ਰਹੇ ਹੈਗੇ ਨੇ। ਸੋ ਉਹ ਲੋਨ ਦੇ ਉੱਤੇ ਫਿਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਿਹੜੇ ਪੇਪਰਸ ਦੇ ਉੱਤੇ ਉਹ ਸਾਈਨ ਕਰ ਰਹੇ ਹੈਗੇ ਨੇ। ਸੋ ਜਦੋਂ ਇਹ ਸਭ ਕੁਝ ਹੋ ਜਾਂਦਾ ਹੈ, ਦੁਬਾਰਾ ਤੋਂ ਉਹੀ ਲੋਕ ਆ ਕੇ ਫਿਰ ਕਹਿੰਦੇ ਨੇ ਜੀ ਤੁਹਾਡੇ ਘਰ ਦੇ ਸਾਨੂੰ ਚੈੱਕ ਕੱਟ ਕੇ ਦਿਓ। ਜਿਹੜੀ ਚੀਜ਼ $100 ਵਿੱਚ ਸ਼ਾਇਦ ਠੀਕ ਹੋ ਸਕਦੀ ਸੀ, ਉਹਦਾ ਸ਼ਾਇਦ $1500 ਤੋਂ $2000 ਤੱਕ ਲੈਂਦੇ ਨੇ, ਪਲੱਸ 25% ਇੰਟਰਸਟ ਜਿਹੜਾ ਹੈ ਆਲਰੇਡੀ ਉਹ ਕੱਟ ਲਿਆ ਜਾਂਦਾ ਹੈ। ਸੋ ਮਿਸਾਲ ਦੇ ਤੌਰ ਦੇ ਉੱਤੇ ਜੇ $1,00,000 ਸਪੋਜ਼ ਤੁਹਾਡੇ ਘਰ ਦੇ ਉੱਤੇ ਉਹ ਕਹਿੰਦੇ ਨੇ ਜੀ ਤੁਹਾਨੂੰ ਮਿਲ ਜਾਣਗੇ, ਤਾਂ ਜਿਹੜਾ ਬੰਦਾ ਇਹ ਸਭ ਕੁਝ ਕਰ ਰਿਹਾ ਉਹ ਪਹਿਲਾਂ ਹੀ 25% ਆਪਣੀ ਇੰਟਰਸਟ ਜਿਹੜਾ ਹੈਗਾ ਉਹ ਕੱਟ ਲੈਂਦਾ ਹੈਗਾ। ਸਾਲ ਦੇ ਕਰੀਬ ਇਹ ਮੌਰਗੇਜ ਹੁੰਦੀ ਹੈਗੀ ਏ, ਤੇ ਬਜ਼ੁਰਗਾਂ ਨੂੰ ਇਸ ਬਾਰੇ ਕੁਝ ਦੱਸਿਆ ਨਹੀਂ ਜਾਂਦਾ ਹੈਗਾ। ਤੇ ਬਾਅਦ ਦੇ ਵਿੱਚ ਜਦੋਂ ਸਭ ਕੁਝ ਹੋ ਜਾਂਦਾ ਹੈ, ਬਹੁਤ ਦੇਰੀ ਹੋ ਜਾਂਦੀ ਹੈ। ਇਸ ਦੀ ਹੁਣ ਤਹਿਕੀਕਾਤ ਕੀਤੀ ਜਾ ਰਹੀ ਹੈ। ਸੋ ਸੁਹਿਰਦ ਹੋ, ਕੋਈ ਵੀ ਵਿਅਕਤੀ ਜਦੋਂ ਤੁਹਾਡੇ ਕੋਲ ਆਉਂਦਾ ਹੈ, ਇਸ ਤਰ੍ਹਾਂ ਦੀ ਕੋਈ ਤੁਹਾਨੂੰ ਸਲਾਹ ਦਿੰਦਾ ਹੈ, ਉਸ ਨੂੰ ਤੁਸੀਂ ਆਪਣੇ ਬੈਂਕਰ ਨਾਲ ਜਾਂ ਆਪਣੇ ਬੱਚਿਆਂ ਨਾਲ ਜਾਂ ਪਰਿਵਾਰ ਨਾਲ ਤੇ ਜਾਂ ਕਿਸੇ ਪ੍ਰੋਫੈਸ਼ਨਲ ਨਾਲ ਜ਼ਰੂਰ ਗੱਲ ਕਰੋ। ਆਮ ਤੌਰ ਤੇ ਨਾ ਅਸੀਂ ਕਈ ਵਾਰੀ ਐਸੀ ਚੀਜ਼ਾਂ ਨੂੰ ਛੁਪਾ ਜਾਂਦੇ ਹਾਂ ਕਿ ਕਿਸੇ ਨੂੰ ਕੀ ਦੱਸਣਾ, ਚੱਲ ਯਾਰ ਪੈਸਾ ਆ ਰਿਹਾ ਹੈ, ਇਸ ਦੀ ਅਸੀਂ ਸਹੀ ਵਰਤੋਂ ਕਰ ਲਾਂਗੇ, ਲੇਕਿਨ ਇਹ ਪੁੱਠਾ ਪੈ ਸਕਦਾ ਹੈਗਾ। ਸੋ ਇਸ ਕਰਕੇ ਸੁਚੇਤ ਹੋ ਜਾਓ। ਖਾਸ ਤੌਰ 'ਤੇ ਘਰਾਂ ਦੇ ਉੱਤੇ ਜੇਕਰ ਤੁਹਾਨੂੰ ਕੋਈ ਐਡਵਾਈਸ ਕਰ ਰਿਹਾ ਕਿ ਜੀ ਅਸੀਂ ਤੁਹਾਨੂੰ ਇਸ ਘਰ ਦੇ ਉੱਤੇ ਹੋਰ ਪੈਸਾ ਲੈ ਦਿੰਦੇ ਹੈਗੇ ਹਾਂ, ਤਾਂ ਪੇਪਰ ਕੋਈ ਵੀ ਸਾਈਨ ਕਰਨ ਤੋਂ ਪਹਿਲਾਂ ਉਹ ਆਪਣੇ ਲਾਇਰ ਕੋਲੋਂ, ਭਾਵੇਂ ਉੱਥੇ $500 ਖਰਚਣਾ ਪੈ ਜਾਏ, ਤੁਹਾਨੂੰ ਉਹ ਜ਼ਰੂਰ ਪੜਵਾ ਲਓ, ਕਿਤੇ ਜੋ ਕੁਝ ਕਲੌਜ਼ਸ ਪਏ ਨੇ ਕਿ ਤੁਹਾਨੂੰ ਬਾਅਦ 'ਚ ਉਹਦੇ 'ਚ ਫਸਾ ਨਾ ਦੇਣ। ਇਹੀ ਚੀਜ਼ਾਂ ਜਿਹੜੀਆਂ ਨੇ ਓਨਟਾਰੀਓ ਵਿੱਚ ਚੱਲ ਰਹੀਆਂ ਨੇ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਸ ਤੌਰ 'ਤੇ ਮੇਨ ਸਟਰੀਮ ਦੇ ਵਿੱਚ ਜਿਹੜੇ ਬਜ਼ੁਰਗ ਹੈਗੇ ਨੇ ਉਹ ਇਸ ਦਾ ਸ਼ਿਕਾਰ ਹੋਏ ਨੇ, ਤੇ ਹੁਣ ਉਹ ਰੋ ਪਿੱਟ ਰਹੇ ਨੇ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀਗੀ। ਸੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਤੁਹਾਨੂੰ ਕਿ ਬੜੀ ਮਿਹਨਤ ਨਾਲ ਤੁਸੀਂ ਇਹ ਪੈਸੇ ਕਮਾ ਕੇ ਆਪਣੇ ਘਰ ਬਣਾਏ ਨੇ, ਅਜਾਈਂ ਕਿਤੇ ਇਹ ਲੁਟਾ ਨਾ ਦੇਣਾ ਸਿਰਫ ਇਸ ਲਾਲਚ ਵਿੱਚ ਕਿ ਤੁਹਾਨੂੰ ਕੁਝ ਪੈਸੇ ਮਿਲਣੇ ਨੇ। ਜੇ ਤੁਹਾਡੇ ਘਰ ਦੇ ਵਿੱਚ ਕੋਈ ਇਕਵਿਟੀ ਹੈਗੀ ਏ, ਤਾਂ ਜਿਹੜੇ ਬੈਂਕ ਨਾਲ ਤੁਹਾਡੀ ਮੌਰਗੇਜ ਚੱਲ ਰਹੀ ਹੈ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਤੇ ਕੈਨੇਡਾ ਵਿੱਚ ਇੱਕ ਹੋਰ ਸਿਸਟਮ ਹੈਗਾ, ਉਹਨੂੰ ਕਹਿੰਦੇ ਨੇ ਚਿਪ ਮੌਰਗੇਜ, ਰਿਵਰਸ ਮੌਰਗੇਜ ਕਹਿੰਦੇ ਨੇ, ਕਿ ਤੁਹਾਡੇ ਘਰ ਦੇ ਵਿੱਚ ਹੀ ਰਹਿੰਦੇ ਹੋਏ ਤੁਹਾਨੂੰ ਇੱਥੇ ਦੀ ਗਵਰਨਮੈਂਟ ਨੇ ਇੱਕ ਸੰਸਥਾ ਬਣਾਈ ਹੋਈ ਹੈ ਜਿਹੜੀ ਕਿ ਤੁਹਾਨੂੰ ਹੋਰ ਪੈਸੇ ਦੇ ਦਿੰਦੀ ਹੈਗੀ ਹੈ। ਤੁਹਾਨੂੰ ਉਹਦੇ 'ਤੇ ਵਿਆਜ ਵੀ ਜਿਹੜਾ ਹੈ ਬਹੁਤ ਘੱਟ ਹੁੰਦਾ ਹੈਗਾ, ਤੇ ਉਹ ਤੁਹਾਡੇ ਕੋਲ ਹੀ ਘਰ ਰਹਿੰਦਾ, ਤੁਹਾਨੂੰ ਛੱਡਣਾ ਨਹੀਂ ਪੈਂਦਾ ਹੈਗਾ। ਸੋ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਨੇ। ਆਪਣੇ ਲਾਇਰ ਨਾਲ ਜਾਂ ਆਪਣੇ ਬੈਂਕਰ ਨਾਲ ਪੁੱਛ ਕੇ ਕੋਈ ਵੀ ਕਦਮ ਚੁੱਕੋ। ਜੇਕਰ ਕੋਈ ਤੁਹਾਡੇ ਦਸਤਕ 'ਤੇ ਆ ਕੇ ਕਹਿੰਦਾ ਹੈ ਕਿ ਮੈਂ ਤੁਹਾਨੂੰ ਪੈਸੇ ਲੈ ਦਾਂਗਾ, ਸੋ ਸੁਚੇਤ ਹੋ ਜਾਓ। ਇੱਕ ਹੋਰ ਸਕੈਮ ਜੋ ਬਹੁਤ ਚੱਲ ਰਿਹਾ ਜੀ, ਤੁਹਾਨੂੰ ਫੋਨ ਕਾਲਸ ਆਉਂਦੇ ਹੈਗੇ ਨੇ ਕਿ ਜੀ ਅਸੀਂ CBSA ਤੋਂ ਬੋਲ ਰਹੇ ਹਾਂ, ਅਸੀਂ ਕੈਨੇਡਾ ਰੈਵਨਿਊ ਏਜੰਸੀ ਤੋਂ ਬੋਲ ਰਹੇ ਹੈਗੇ ਹਾਂ, ਤੁਹਾਡੇ ਵੱਲ ਇੰਨੇ ਪੈਸੇ ਬਣਦੇ ਹੈਗੇ ਨੇ। ਪਹਿਲੀ ਗੱਲ ਤਾਂ ਨਾ ਤਾਂ ਕੋਈ ਗਵਰਨਮੈਂਟ ਦੀ ਸਰਕਾਰੀ ਏਜੰਸੀ ਤੁਹਾਨੂੰ ਕਾਲ ਕਰਕੇ ਇਸ ਤਰ੍ਹਾਂ ਕਹੇਗੀ। ਜੇ ਕੋਈ ਹੋਏਗੀ ਵੀ ਗੱਲ, ਤੁਹਾਡੇ ਪੈਸੇ ਜੇ ਦੇਣ ਵਾਲੇ ਨੇ, ਤੁਹਾਨੂੰ ਕੋਈ ਚਿੱਠੀ ਆਏਗੀ। ਸੋ ਫੋਨ ਦੇ ਉੱਤੇ ਐਵੇਂ ਘਬਰਾ ਕੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਨਾ ਦੇ ਦੇਣਾ, ਕਿਉਂਕਿ ਤੁਹਾਨੂੰ ਉਹ ਬੈਂਕ ਅਕਾਊਂਟ ਤੁਹਾਡੇ ਤੋਂ ਪੁੱਛਦੇ ਹੈਗੇ ਨੇ, ਤੇ ਤੁਸੀਂ ਅਣਜਾਣੇ ਵਿੱਚ ਕਈ ਵਾਰੀ ਆਪਣੇ ਬੈਂਕ ਅਕਾਊਂਟ ਦੇ ਦਿੰਦੇ ਹੋ, ਤੇ ਤੁਹਾਡੇ ਬੈਂਕ 'ਚੋਂ ਹੀ ਪੈਸੇ ਲੈ ਲਏ ਜਾਂਦੇ ਨੇ। ਨੰਬਰ 2, ਕਦੀ ਵੀ ਆਪਣਾ SIN ਨੰਬਰ ਜਿਹੜਾ ਹੈਗਾ, ਸੋਸ਼ਲ ਇੰਸ਼ੋਰੈਂਸ ਨੰਬਰ, ਉਹ ਕਿਸੇ ਨੂੰ ਨਾ ਦਿਓ। ਭਾਵੇਂ ਕਿੱਥੋਂ ਵੀ ਫੋਨ ਆਇਆ, ਤੁਸੀਂ ਕਹੋ ਜੀ ਨਹੀਂ ਅਸੀਂ ਨਹੀਂ ਦੇਣਾ, ਸਾਨੂੰ ਲਿਖਤ ਰੂਪ ਵਿੱਚ ਭੇਜੋ ਤੇ ਅਸੀਂ ਚਿੱਠੀ ਭੇਜੋ, ਕਿਉਂਕਿ ਬਜ਼ੁਰਗ ਜੇ ਹੈਗੇ ਉਹ ਤਾਂ ਚਿੱਠੀ ਰਾਹੀਂ ਤੁਸੀਂ, ਜਾਂ ਜੇ ਕੰਪਿਊਟਰ ਦੀ ਵਰਤੋਂ ਕਰਦੇ ਹੋ ਤਾਂ ਈਮੇਲ ਮੰਗਵਾਓ। ਹੁਣ ਈਮੇਲ ਵੀ ਜਿਹੜੀ ਆ ਰਹੀ ਹੈ ਨੇ ਜੀ, ਉਹਦੇ ਵਿੱਚ ਵੀ ਬਹੁਤ ਵੱਡੇ ਫਰਾਡਸ ਹੋ ਰਹੇ ਹੈਗੇ ਨੇ। ਕੀ ਚੱਲ ਰਿਹਾ ਹੈ, ਮਿਸਾਲ ਦੇ ਤੌਰ 'ਤੇ ਇੱਕ ਹੋਰ ਬੜਾ ਵੱਡਾ ਫਰਾਡ ਚੱਲ ਰਿਹਾ ਹੈ। ਤੁਹਾਨੂੰ ਫੋਨ ਕਾਲ ਆਉਂਦਾ ਜੀ ਘਰ ਦੇ ਵਿੱਚ, ਤੇ ਕਹਿੰਦੇ ਜੀ ਅਸੀਂ ਕੋਈ ਵੱਡੀ ਫੋਨ ਕੰਪਨੀ ਤੋਂ ਅਸੀਂ ਬੋਲ ਰਹੇ ਹਾਂ, ਭਾਵੇਂ ਉਹ ਬੈਲ ਹੈ, ਰੋਜਰਸ ਹੈ,
ਜਾਂ ਫਾਈਡੋ ਵਾਲੇ ਹੈਗੇ ਨੇ, ਤਾਂ ਕਹਿੰਦੇ ਨੇ ਤੁਹਾਨੂੰ ਜੀ ਅਸੀਂ ਜੋ ਤੁਹਾਡਾ ਪਲਾਨ ਚੱਲ ਰਿਹਾ ਹੈ ਉਸ ਨਾਲੋਂ ਅੱਧੇ ਰੇਟ ਦੇ ਉੱਤੇ ਤੁਹਾਨੂੰ ਫੋਨ ਕਾਲਸ ਤੁਹਾਡੇ ਮਹੀਨੇ ਦਾ ਬਿੱਲ ਕਰ ਦਾਂਗੇ। ਸੋ ਤੁਸੀਂ ਅਗੇਨ ਆਮ ਤੌਰ ਤੇ ਅਸੀਂ ਬੜੇ ਖੁਸ਼ ਹੋ ਜਾਂਦੇ, ਲਓ ਜੀ ਕੋਈ ਸਕੀਮ ਚੱਲ ਰਹੀ ਹੈ ਤੇ ਤੁਸੀਂ ਉਹਨਾਂ ਦੀ ਮੰਨ ਕੇ ਆਪਣੀ ਇਨਫੋਰਮੇਸ਼ਨ ਦੇ ਦਿੰਦੇ ਹੋ। ਕਦੇ ਵੀ ਨਾ ਦਿਓ, ਕਿਉਂਕਿ ਉਹ ਤੁਹਾਡਾ ਸਿਨ ਨੰਬਰ ਲੈ ਕੇ ਤੁਹਾਡੇ ਬੈਂਕ ਅਕਾਊਂਟ 'ਚੋਂ ਪੈਸੇ ਕੱਢ ਲੈਣਗੇ। ਇਸੇ ਤਰੀਕੇ ਨਾਲ ਤੁਹਾਨੂੰ ਹੋਰ ਗੱਲਾਂ ਦੇ ਰਾਹੀਂ ਕਈ ਵਾਰੀ ਅੱਜ ਕੱਲ੍ਹ ਇੱਕ ਨਵਾਂ ਸਿਸਟਮ ਚੱਲਿਆ ਪਿਆ ਹੈ ਕਿ ਤੁਹਾਨੂੰ ਸਿੱਧਾ ਫੋਨ ਆਉਂਦਾ ਤੇ ਤੁਹਾਨੂੰ ਕਿਹਾ ਜਾਂਦਾ ਜੀ ਮੈਂ ਤੁਹਾਡਾ ਭਤੀਜਾ ਬੋਲ ਰਿਹਾ, ਤੁਹਾਡਾ ਭਣੇਵਾਂ ਬੋਲ ਰਿਹਾ, ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਤੇ ਮੈਂ ਕੀ ਹਾਲ ਚਾਲ ਹੈ ਤੁਹਾਡਾ। ਆਮ ਤੌਰ ਤੇ ਕੀ ਹੁੰਦਾ, ਤੁਸੀਂ ਜਦੋਂ ਕੋਈ ਗੱਲ ਕਰ ਰਹੇ ਹੋ, ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਤੁਸੀਂ ਨਾਂ ਨਹੀਂ ਪੁੱਛਦੇ, ਤੁਸੀਂ ਸਮਝਦੇ ਹੋ ਕੋਈ ਤੁਹਾਡਾ ਭਤੀਜਾ ਜਾਂ ਭਣੇਵਾਂ ਹੋਏਗਾ। ਸੋ ਗੱਲਾਂ ਦੇ ਵਿੱਚ ਹੀ ਉਹ ਫਿਰ ਫਰਦਰ ਕਹਿੰਦੇ ਜੀ ਕਿ ਅਸੀਂ ਤਾਂ ਜੀ ਸਾਡਾ ਐਕਸੀਡੈਂਟ ਹੋ ਗਿਆ ਹੈ, ਸਾਨੂੰ $1500 ਜਾਂ 2000 ਜਾਂ $5000 ਦੀ ਲੋੜ ਹੈਗੀ ਏ ਤੇ ਤੁਸੀਂ ਫਟਾਫਟ ਸਾਨੂੰ ਭੇਜ ਦਿਓ। ਉੱਥੇ ਵੀ ਤੁਹਾਨੂੰ ਉਹ ਨੰਬਰ ਦੇ ਦਿੰਦੇ ਨੇ ਕਿਸੇ ਲਾਇਰ ਦਾ। ਜੇ ਤੁਸੀਂ ਵੈਰੀਫਾਈ ਵੀ ਕਰੋ ਤਾਂ ਉਸ ਲਾਇਰ ਦਾ ਨੰਬਰ ਹੁੰਦਾ, ਪਰ ਉਹ WhatsApp ਤੇ ਆਮ ਤੌਰ ਉੱਤੇ ਚੱਲਦਾ ਹੈਗਾ। ਸੋ ਕਦੇ ਵੀ ਇਸ ਤਰ੍ਹਾਂ ਕਿਸੇ ਨੂੰ ਪੈਸੇ ਨਾ ਭੇਜੋ। ਇਸ ਤਰ੍ਹਾਂ ਦੇ ਬਹੁਤ ਸਾਰੇ ਇੰਸਟੈਂਸਿਸ ਹੋਏ ਨੇ ਜਿਹਦੇ 'ਚ ਕਿ ਬਜ਼ੁਰਗਾਂ ਨੇ, ਕਿਉਂਕਿ ਉਹਨਾਂ ਦੀ ਮੈਂਟਲ ਕੈਪੈਸਿਟੀ ਵੀ ਘੱਟ ਜਾਂਦੀ ਕਿ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਹੈਗਾ ਕਿ ਜੀ ਕੌਣ ਰਿਸ਼ਤੇਦਾਰ ਹੈਗਾ, ਤੇ ਉਹ ਪੈਸੇ ਭੇਜ ਦਿੰਦੇ ਨੇ ਤੇ ਉਸ ਤੋਂ ਬਾਅਦ ਹੱਥ ਹੀ ਮਲਣੇ ਪੈਂਦੇ ਹੈਗੇ ਨੇ। ਸੋ ਸੁਚੇਤ ਹੋਵੋ, ਡਿਊ ਡਿਲੀਜੈਂਸ ਵਰਤੋਂ। ਕਦੇ ਕਿਸੇ ਨੂੰ ਆਪਣਾ ਸਿਨ ਨੰਬਰ ਜਾਂ ਅਕਾਊਂਟ ਨੰਬਰ ਫੋਨ ਤੇ ਜਾਂ ਈਵਨ ਈਮੇਲ ਤੇ ਨਾ ਭੇਜੋ, ਕਿਉਂਕਿ ਉਸ ਨਾਲ ਤੁਹਾਡਾ ਜਿਹੜਾ ਹੈਗਾ ਅਕਾਊਂਟ ਹੈਕ ਹੋ ਸਕਦਾ ਹੈ ਤੇ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਫਰਾਡ ਇਸ ਸਮੇਂ ਚੱਲ ਰਹੇ ਨੇ ਜੀ, ਤੇ ਮੈਂ ਸਿਰਫ ਇਹੀ ਬੇਨਤੀ ਕਰਾਂਗਾ ਕਿ ਇਫ ਇਟ ਇਜ਼ ਟੂ ਗੁੱਡ ਟੂ ਬੀ ਟਰੂ, ਡੋਂਟ ਬਿਲੀਵ ਇਟ। ਕਿਉਂਕਿ ਜੇਕਰ ਮਾਰਕੀਟ ਵਿੱਚ ਇੱਕ ਚੀਜ਼ $1 ਦੀ ਮਿਲ ਰਹੀ ਹੈ ਤਾਂ ਤੁਹਾਨੂੰ ਕਿਉਂ ਕੋਈ 25 ਸੈਂਟ ਵਿੱਚ ਦੇਗਾ। ਇੱਕ ਹੋਰ ਬੜਾ ਵੱਡਾ ਫਰਾਡ ਚੱਲ ਰਿਹਾ ਜੀ, ਤੁਹਾਨੂੰ ਕਾਲ ਆਉਂਦੀ ਹੈ, ਤੁਹਾਨੂੰ ਕਹਿਣਗੇ ਜੀ ਤੁਹਾਡਾ ਬਿੱਲ ਜਿਹੜਾ ਅਸੀਂ 50-60% ਘੱਟ ਕਰ ਦਾਂਗੇ। ਦੇਖੋ, ਜੇਕਰ ਤੁਸੀਂ ਸਰਕਾਰ ਨੂੰ ਪੈਸਾ ਦੇਣਾ, ਈਵਨ ਮੌਰਗੇਜਸ ਦਾ ਵੀ ਉਹ ਕਹਿੰਦੇ ਹੈਗੇ ਨੇ ਕਿ ਜੀ ਤੁਹਾਡੀ ਮੌਰਗੇਜ ਵੀ ਅਸੀਂ ਘਟਾ ਦਾਂਗੇ। ਜਦੋਂ ਤੁਸੀਂ ਬੈਂਕ ਨਾਲ ਕੋਈ ਚੀਜ਼ ਸਾਈਨ ਕਰ ਚੁੱਕੇ ਹੋ, ਕਿਸ ਤਰ੍ਹਾਂ ਸੰਭਵ ਹੈਗਾ ਕਿ ਉਹ ਘਟ ਸਕਦੀ ਹੈਗੀ ਹੈ। ਲੇਕਿਨ ਅਸੀਂ ਕਈ ਵਾਰੀ ਗਰੀਡ ਵਿੱਚ ਆ ਕੇ ਜਾਂ ਨਾ ਸਮਝੀ ਦੇ ਕਾਰਨ ਅਸੀਂ ਇਹ ਸਾਰੀ ਚੀਜ਼ਾਂ 'ਚ ਫਸ ਜਾਂਦੇ ਹਾਂ। ਸੋ ਕੋਈ ਵੀ ਚੀਜ਼ ਜਿਹੜੀ ਤੁਹਾਡੇ ਕੰਨਾਂ ਨੂੰ ਲੱਗਦੀ ਹੈ ਬਿਲਕੁਲ ਬਹੁਤ ਵਧੀਆ, ਜ਼ਿਆਦਾ ਹੀ ਵਧੀਆ ਹੈ, ਤੇ ਉਸ ਤੋਂ ਬਚੋ। ਜੋ ਦੇ ਰਹੇ ਹੋ ਆਪਣੇ ਅਕਾਊਂਟੈਂਟ ਕੋਲ ਜਾਂ ਜਿੱਥੋਂ ਵੀ ਤੁਸੀਂ ਡੀਲ ਕਰਦੇ ਹੋ ਜਿਹੜੀ ਵੀ ਕੰਪਨੀ ਨਾਲ, ਉਹਨਾਂ ਨਾਲ ਡਾਇਰੈਕਟਲੀ ਗੱਲ ਕਰਕੇ ਗੱਲ ਕਰੋ, ਪਰ ਅਜਾਈਂ ਕਿਸੇ ਨੂੰ ਸਾਰੀ ਇਨਫੋਰਮੇਸ਼ਨ ਨਾ ਦੇ ਦਿਓ। ਸੋ ਇਨ ਬਰੀਫ ਇਹ ਤੁਹਾਨੂੰ ਬੇਨਤੀ ਕਰਦੇ ਹਾਂ ਜੀ ਕਿ ਸੁਚੇਤ ਹੋ ਜਾਓ। ਬਹੁਤ ਜ਼ਿਆਦਾ ਫਰਾਡ ਚੱਲ ਰਹੇ ਨੇ, ਜਿੰਨਾ ਬਚਾਂਗੇ ਉਨਾ ਹੀ ਸਾਡੇ ਵਾਸਤੇ ਬੈਨੀਫੀਸ਼ੀਅਲ ਹੋਏਗਾ। ਜੀ ਬਿਲਕੁਲ, ਹਰਪ੍ਰੀਤ ਜੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਹੈ, ਇੱਦਾਂ ਹੀ 79 ਸਾਲ ਦੇ ਯਾਨੀ ਕਿ 79 ਈਅਰਸ 올ਡ ਇੱਕ ਸ਼ਖਸ ਨੇ ਜਿਨ੍ਹਾਂ ਦੇ ਨਾਲ ਇਦਾਂ ਦਾ ਧੋਖਾ ਹੋਇਆ, ਤਾਂ ਉਹਦੀ ਮੀਡੀਆ ਦੇ ਵਿੱਚ ਬਹੁਤ ਚਰਚਾ ਹੋਈ ਆ ਕਿ ਜੀ 2017 ਦੇ ਵਿੱਚ ਜਦੋਂ ਉਹਨਾਂ ਦੀ ਵਾਈਫ ਜਿਉਂਦੀ ਸੀ, ਉਹਨਾਂ ਦੇ ਘਰੇ ਆਏ ਨੇ ਲੋਕ। ਇਹ ਕੋਈ ਫੋਨ ਕਾਲ ਨਹੀਂ ਸੀ, ਕੁਝ ਨਹੀਂ ਸੀ, ਘਰੇ ਆ ਕੇ ਡੋਰ ਟੂ ਡੋਰ ਕਹਿੰਦੇ ਜੀ ਅਸੀਂ ਤੁਹਾਨੂੰ ਤੁਹਾਡਾ ਪਲੰਬਿੰਗ ਦਾ ਕੰਮ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਵਾਹ ਕਰ ਦਾਂਗੇ, ਤੇ ਉਹਨਾਂ ਤੋਂ ਪੇਪਰ ਸਾਈਨ ਕਰਵਾ ਲਏ, ਚੈੱਕ ਸਾਈਨ ਕਰਵਾ ਲਏ। ਤੇ ਹੁਣ ਇਸ ਵੇਲੇ ਜਦੋਂ ਦੇਖਦੇ ਨੇ ਤਾਂ ਉਹਨਾਂ ਦੇ ਉੱਤੇ $1 ਲੱਖ ਤੋਂ ਵੱਧ ਦਾ ਕਰਜ਼ਾ, ਯਾਨੀ ਕਿ 100,000 ਤੋਂ ਵੱਧ ਦਾ ਕਰਜ਼ਾ ਚੜਿਆ ਹੋਇਆ ਮੌਰਗੇਜ ਦੇ ਵਿੱਚ। ਉਹ ਲੀਅਨ ਨਾਲ ਅਟੈਚ ਹੋਈ ਆ ਉਹ। ਸੋ ਉਸ ਪੈਸੇ ਨੂੰ ਜਦ ਤੱਕ ਉਹ ਨਹੀਂ ਚੁਕਾਉਂਦੇ, ਉਦੋਂ ਤੱਕ ਉਹ ਘਰ ਦਾ ਨਾ ਤਾਂ ਉਹਦੇ ਉੱਤੇ ਕੋਈ ਹੋਰ ਕੰਮ ਕਰ ਸਕਦੇ ਨੇ, ਨਾ ਅੱਗੇ ਕਿਸੇ ਹੋਰ ਨਾਲ ਬਾਉਂਡ ਕਰ ਸਕਦੇ ਨੇ, ਨਾ ਸੇਲ ਕਰ ਸਕਦੇ ਨੇ। ਸੋ ਬੰਦਾ ਬਾਉਂਡ ਹੋ ਜਾਂਦਾ, ਲੀਅਨ ਵੀ ਕਰ ਦਿੰਦੇ ਨੇ ਇਹ ਹਰਪ੍ਰੀਤ ਜੀ। ਸੋ ਧੋਖੇਬਾਜ਼ ਜਿਹੜਾ ਹੁੰਦਾ ਜੀ, ਉਹ ਹਰ ਇੱਕ ਚੀਜ਼ ਤੈਅ ਕਰਦਾ। ਇਹ ਛੋਟੀਆਂ ਕੰਪਨੀਆਂ ਬਣੀਆਂ ਹੋਈਆਂ ਨੇ, ਟੋਰਾਂਟੋ ਪੁਲਿਸ ਇਹਨਾਂ ਦੇ ਮਗਰ ਪੈ ਚੁੱਕੀ ਹੈ ਇਸ ਵੇਲੇ, ਪਰ ਪੁਲਿਸ ਤੱਕ ਨਾ ਜਾਵੇ ਤੇ ਆਪਣੇ ਆਪ ਨੂੰ ਠੱਗੀ ਨਾ ਮਰਵਾਈਏ। ਸੋ ਉਸ ਚੀਜ਼ ਤੋਂ ਸੁਚੇਤ ਰਹਿਣ ਦੀ ਲੋੜ ਆ, ਜਿਹੜੀ ਹਰਪ੍ਰੀਤ ਜੀ ਨੇ ਗੱਲ ਕੀਤੀ ਜੀ। ਰਵਿੰਦਰ ਜੀ, ਇਹਦੇ 'ਚ ਇੱਕ ਚੀਜ਼ ਹੋਰ ਮੈਂ ਐਡ ਕਰਦਾ, ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਕਿ ਪੁਲਿਸ ਭਾਵੇਂ ਇਹਨਾਂ ਦੇ ਪਿੱਛੇ ਪੈ ਗਈ, ਕਿ ਪਰ ਜ਼ਿਆਦਾਤਰ ਇਹ ਲੋਕ ਜਿਹੜੇ ਨੇ ਨਾ ਬਾਹਰਲੇ ਮੁਲਕਾਂ 'ਚ ਬੈਠੇ ਹੋਏ ਨੇ। ਸੋ ਮਿਸਾਲ ਦੇ ਤੌਰ ਦੇ ਉੱਤੇ ਇਹ ਜ਼ਿਆਦਾਤਰ ਪਾਕਿਸਤਾਨ ਤੋਂ ਕਾਲਾਂ ਆ ਰਹੀਆਂ ਜਾਂ ਈਵਨ ਇੰਡੀਆ ਤੋਂ ਕਾਲਾਂ ਆਉਂਦੀਆਂ ਨੇ। ਤੇ ਇੱਕ ਐਗਜ਼ਾਮਪਲ ਮੈਂ ਦੇਣਾ ਚਾਹਾਂਗਾ, ਜਿੱਥੇ ਤੁਸੀਂ ਇਹਨਾਂ ਬਜ਼ੁਰਗਾਂ ਦੀ ਗੱਲ ਕੀਤੀ ਹੈਗੀ। ਇਸੇ ਤਰੀਕੇ ਨਾਲ ਮੈਨੂੰ ਇੱਕ ਫੋਨ ਕਾਲ ਆਈ ਤੇ ਕਿਹਾ ਜੀ ਮੈਂ ਰੋਜਰਸ ਤੋਂ ਬੋਲ ਰਿਹਾ ਤੇ ਤੁਹਾਡੀ ਜਿਹੜੇ ਫੋਨ ਕੰਪਨੀ ਹੈਗੀ ਏ, ਅਸੀਂ ਤੁਹਾਨੂੰ ਡੀਲ ਦੇਣਾ ਚਾਹੁੰਦੇ ਹਾਂ। ਦੇਖੋ, ਹਰ ਇੱਕ ਕੋਈ ਚਾਹੁੰਦਾ ਡੀਲ ਮਿਲੇ। ਤੇ ਮੈਂ ਕਿਹਾ ਜੀ ਦੱਸੋ ਕੀ ਡੀਲ ਹੈਗੀ ਏ। ਜਦੋਂ ਉਹਨਾਂ ਨੇ ਉਹ ਡੀਲ ਦੱਸੀ ਤੇ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਮੈਨੂੰ ਲਿਖ ਕੇ ਭੇਜ ਦਿਓ। ਉਸ ਵਿਅਕਤੀ ਨੇ ਮੈਨੂੰ ਲਿਖਤ ਰੂਪ ਦੇ ਵਿੱਚ ਹੀ ਈਮੇਲ ਕਰ ਦਿੱਤੀ, ਪਰ ਉਸ ਈਮੇਲ ਦੇ ਵਿੱਚ ਉਸਨੇ ਬੈਂਕ ਡਿਟੇਲਸ ਮੰਗੀਆਂ ਸੀ, ਸਿਨ ਕਾਰਡ ਮੰਗਿਆ ਸੀ, ਜਿਹੜਾ ਕਿ ਜਿਹਨੂੰ ਕਹਿੰਦੇ ਜੀ ਰੈੱਡ ਫਲੈਗਸ ਹੈਗੇ ਨੇ। ਕੋਈ ਵੀ ਕੰਪਨੀ ਤੁਹਾਡੇ ਕੋਲੋਂ ਕਦੀ ਬੈਂਕ ਅਕਾਊਂਟ ਨਹੀਂ ਮੰਗੇਗੀ। ਸੋ ਮੈਂ ਚੈੱਕ ਕੀਤਾ, ਅੱਜ ਇੰਟਰਨੈਟ ਦਾ ਯੁੱਗ ਹੈਗਾ, ਮੈਂ ਇੰਟਰਨੈਟ ਦੇ ਉੱਤੇ ਜਾ ਕੇ ਸਾਰਾ ਚੈੱਕ ਕੀਤਾ, ਆਫਿਸ ਦਾ ਐਡਰੈਸ ਵੀ ਉਹੀ ਲਿਖਿਆ ਹੋਇਆ ਹੈ, ਪਰ ਫਿਰ ਵੀ ਮੈਨੂੰ ਸੈਟਿਸਫੈਕਸ਼ਨ ਨਹੀਂ ਹੋਈ। ਮੈਂ ਇੱਥੇ ਲੋਕਲ ਰੋਜਰਸ ਕੰਪਨੀ ਹੈਗੀ, ਉੱਥੇ ਚਲੇ ਗਿਆ ਸਟੋਰ ਦੇ ਉੱਤੇ, ਤੇ ਉੱਥੇ ਜਾ ਕੇ ਮੈਂ ਕਿਹਾ ਜੀ ਇਹ ਡੀਲ ਮੈਨੂੰ ਮਿਲ ਰਹੀ ਹੈ, ਕੀ ਤੁਸੀਂ ਦੇ ਸਕਦੇ ਹੋ। ਉਹਨਾਂ ਨੇ ਉਸਦੇ ਖੋਲ੍ਹਿਆ, ਪੜ੍ਹਿਆ, ਤੇ ਉਹਨਾਂ ਨੇ ਕਿਹਾ ਨਹੀਂ ਜੀ ਇਹੋ ਜੀ ਕੋਈ ਡੀਲ ਨਹੀਂ ਹੈਗੀ। ਪਰ ਮੈਂ ਕਿਹਾ ਤੁਹਾਡੇ ਆਫਿਸ ਦਾ ਐਡਰੈਸ ਲਿਖਿਆ ਹੋਇਆ ਇੱਥੇ, ਕਹਿੰਦੇ ਜੀ ਇਹ ਫਰਾਡ ਹੈਗਾ।
ਸੋ ਜਸਟ ਕਿ ਬਈ ਇੱਕ ਰੈੱਡ ਫਲੈਗ ਮੈਨੂੰ ਨਜ਼ਰ ਆਇਆ ਤੇ ਮੈਂ ਉਸ 'ਤੇ ਕੰਮ ਕਰਤਾ, ਨਹੀਂ ਤਾਂ ਆਈ ਕੁਡ ਹੈਵ ਗਿਵਨ ਮਾਈ ਨੰਬਰ ਆਲਸੋ, ਮੈਂ ਵੀ ਭੇਜ ਦਿੰਦਾ ਤੇ ਸਾਰਾ ਮੇਰੇ ਬੈਂਕ 'ਚੋਂ ਵੀ ਹੈਕ ਹੋ ਸਕਦਾ ਹੈਗਾ ਸੀ। ਸੋ ਇਸ ਕਰਕੇ ਇਹ ਸਿੰਪਲ ਚੀਜ਼ਾਂ ਨੇ, ਅਸੀਂ ਕਈ ਵਾਰੀ ਨਾ ਧਿਆਨ ਨਹੀਂ ਦਿੰਦੇ, ਪਰ ਇਹ ਛੋਟੀ ਛੋਟੀ ਚੀਜ਼ਾਂ 'ਤੇ ਜਦੋਂ ਅਸੀਂ ਧਿਆਨ ਦਾਂਗੇ ਤਾਂ ਡੈਫੀਨੇਟਲੀ ਭਾਵੇਂ ਤੁਹਾਨੂੰ ਕੋਈ ਲਿਖਤ ਰੂਪ ਵਿੱਚ ਵੀ ਭੇਜ ਰਿਹਾ ਨਾ ਜੀ, ਉਸ ਨੂੰ ਵੈਰੀਫਾਈ ਕਰੋ, ਕਿਉਂਕਿ ਉਹਨਾਂ ਕੰਪਨੀਆਂ ਦੇ ਲੋਕਲ ਸਟੋਰਸ ਵੀ ਹੈਗੇ ਨੇ ਜਿੱਥੇ ਜਾ ਕੇ ਤੁਸੀਂ ਸਭ ਕੁਝ ਵੈਰੀਫਾਈ ਕਰ ਸਕਦੇ ਹੋ। CRA ਤੋਂ ਜਾਂ CBSA ਤੋਂ, ਯਾਨੀ ਕਿ ਸਰਕਾਰੀ ਏਜੰਸੀ ਜਿਹੜਾ ਕੈਨੇਡਾ ਰੈਵਨਿਊ ਏਜੰਸੀ ਜਾਂ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ, ਇਹ ਕਦੀ ਤੁਹਾਨੂੰ ਫੋਨ ਕਾਲ ਕਰਕੇ ਨਹੀਂ ਕਹਿਣਗੇ ਕਿ ਜੀ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ ਜੇਕਰ ਤੁਸੀਂ ਪੈਸੇ ਨਾ ਦਿੱਤੇ। ਇਹੋ ਜਿਹਾ ਕੈਨੇਡਾ ਦੇ ਵਿੱਚ ਅਜੇ ਤੱਕ ਕੋਈ ਪ੍ਰੋਸੈਸ ਨਹੀਂ ਹੈਗਾ। ਸੋ ਜੇਕਰ ਕੋਈ ਐਸਾ ਫੋਨ ਕਾਲ ਆਉਂਦਾ ਹੈ, ਗਲਤੀ ਨਾਲ ਵੀ ਤੁਸੀਂ ਕੋਈ ਪੈਸਾ ਨਾ ਭੇਜਣਾ ਤੇ ਡਰਨ ਦੀ ਲੋੜ ਨਹੀਂ। ਜੇਕਰ ਤੁਹਾਡੇ ਕੋਲ ਉੱਤੇ ਕੋਈ ਕਰਜ਼ਾ ਦੇਣ ਵਾਲਾ ਵੀ ਹੈ ਤਦ ਵੀ ਤੁਸੀਂ ਨਾ ਘਬਰਾਓ, ਤੁਸੀਂ ਜਾ ਕੇ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ, ਉਹ ਆਪਣੇ ਆਪ ਨੂੰ ਡੀਲ ਕਰੇਗਾ, ਪਰ ਤੁਸੀਂ ਆਪ ਡਾਇਰੈਕਟਲੀ ਪੈਸੇ ਨਹੀਂ ਭੇਜਣੇਗੇ। ਜੀ ਧੋਖਿਆਂ ਦੀ ਗੱਲ ਹੋਈ ਜਾਂਦੀ ਹੈ ਜੀ, ਮੈਂ 2-3 ਲਾਈਨਾਂ ਦੇ ਵਿੱਚ ਇੱਕ ਹੋਰ ਫਰਾਡ ਦੱਸ ਦਿੰਦਾ ਜਿਹੜੀਆਂ ਅਕਸਰ ਟੈਲੀਕਾਮ ਕੰਪਨੀਆਂ ਕਰਦੀਆਂ ਨੇ ਗ੍ਰਾਹਕ ਦੇ ਨਾਲ। ਉਹਦੇ ਵਿੱਚ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ, ਪਰ ਜ਼ਰੂਰ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਆਹ ਸਕੀਮ ਆ ਗਈ ਆ ਤੇ ਜੀ ਇਹਨੂੰ ਤੁਸੀਂ ਪੋਰਟ ਕਰ ਲਓ, ਅਸੀਂ ਤੁਹਾਨੂੰ ਬਹੁਤ ਸਸਤਾ ਦੇ ਦਾਂਗੇ, ਪਹਿਲੀ ਗੱਲ ਉਸ ਸ਼ਖਸ ਤੋਂ ਰਿਟਨ ਦੇ ਵਿੱਚ ਈਮੇਲ ਮੰਗਵਾਓ ਕਿ ਜੋ ਵੀ ਪਲਾਨ ਤੁਸੀਂ ਦੇਣਾ ਚਾਹ ਰਹੇ ਹੋ ਉਹ ਪਲਾਨ ਦੇ ਦਿਓ, ਕਿਉਂਕਿ ਦਸੰਬਰ ਦੇ ਵਿੱਚ ਬਹੁਤ ਆਉਂਦੀਆਂ ਨੇ ਜੀ ਸਕੀਮਸ ਆਉਂਦੀਆਂ ਨੇ, ਅਕਸਰ ਸਾਰੇ ਜਣੇ ਹੀ ਪੋਰਟ ਕਰਦੇ ਨੇ ਕਿਉਂਕਿ ਸਸਤਾ ਮਿਲ ਜਾਂਦਾ ਹੈ ਫੋਨ। ਪਰ ਜਦੋਂ ਉਹਦਾ ਬਿੱਲ ਆਉਂਦਾ, ਇਨਵੋਇਸ ਆਉਂਦਾ, ਤਾਂ ਉਹ ਜੇ ਤੁਹਾਨੂੰ $35 ਕਮਿਟ ਕੀਤਾ ਆ ਤਾਂ ਉਹ ਆ ਜਾਂਦਾ ਆ $150 ਦਾ ਬਿੱਲ। ਫਿਰ ਤੁਸੀਂ ਪੁੱਛਦੇ ਹੋ ਜੀ ਹੁਣ ਕੀ ਕਰੀਏ, ਫਿਰ ਉਹ ਦੱਸਦੇ ਨੇ ਜੀ ਕੋਈ ਨਹੀਂ ਤੁਸੀਂ ਇਹ ਪੇ ਕਰ ਦਿਓ, ਐਡਜਸਟ ਕਰ ਦੇਂਗੇ, ਪਰ ਕੋਈ ਵੀ ਐਡਜਸਟਮੈਂਟ ਨਹੀਂ ਹੁੰਦੀ, ਧੋਖੇ 'ਚ ਹੀ ਰਹਿ ਜਾਂਦਾ ਹੈ ਬੰਦਾ। ਇਦਾਂ ਦਾ ਇੱਕ ਫਰਾਡ ਹੋਇਆ ਸੀਗਾ ਜੀ ਇੱਥੇ ਬਰੈਂਪਟਨ ਦੇ ਵਿੱਚ, ਤੇ ਬੰਦੇ ਨੇ $70 ਦੇ 2 ਕਨੈਕਸ਼ਨ ਲਏ ਨੇ ਤੇ ਉਹਨੂੰ $150 ਦਾ ਬਿੱਲ ਆ ਗਿਆ, ਦੂਜੇ ਮਹੀਨੇ ਉਹ 300 ਹੋ ਗਿਆ ਤੇ ਤੀਜੇ ਮਹੀਨੇ ਉਹ 450 ਦੇ ਨੇੜੇ ਆ ਗਿਆ। ਜਦੋਂ ਬੰਦੇ ਨੇ ਕਾਲ ਕੀਤੀ ਤਾਂ ਉਹ ਕਹਿੰਦੇ ਜੀ ਇਹ ਇੱਕ ਵਾਰੀ $300 ਪੇ ਕਰੋ, ਫਿਰ ਅੱਗੇ ਐਡਜਸਟ ਕਰਾਂਗੇ। ਤਾਂ ਉਹ ਸ਼ਖਸ ਨੇ ਕਿਹਾ ਕਿ ਜੀ ਮੈਂ ਤੁਹਾਡੀ ਕੰਪਲੇਂਟ ਕਰੇ ਬਿਨਾਂ ਅੱਜ ਸੌਂਗਾ ਨਹੀਂ ਰਾਤ ਨੂੰ, ਸੋ ਤੁਸੀਂ ਕਾਲ ਨਾ ਕੱਟਿਓ ਪਲੀਜ਼, ਮੈਨੂੰ ਕੰਪਲੇਂਟ ਵੀ ਕਰ ਲੈਣ ਦਿਓ ਜਾਂ ਦੱਸੋ ਕਿ ਦੋਸ਼ੀ ਕੌਣ ਹੈ। ਤੇ ਜਦੋਂ ਹਰਪ੍ਰੀਤ ਜੀ ਉਸ ਸ਼ਖਸ ਨੇ ਸਾਰੀ ਵੈਬਸਾਈਟ ਦੇਖੀ ਤਾਂ ਹਰੇਕ ਟੈਲੀਕਾਮ ਕੰਪਨੀ ਜਿਹਦੀ ਵੀ ਵੈਬਸਾਈਟ ਹੈ, ਮੈਂ ਦੱਸਣਾ ਚਾਹੂੰਗਾ ਉਹ ਕੋਈ ਕੈਨੇਡਾ ਰੈਗੂਲੇਟਰੀ ਟੈਲੀਕਾਮ ਅਥਾਰਟੀ ਹੈ ਜੀ, ਕੁਛ CRTCA ਜਾਂ CRTC, ਉਹ ਹਰੇਕ ਦੀ ਟੈਲੀਕਾਮ ਕੰਪਨੀ ਦੀ ਵੈਬਸਾਈਟ ਤੇ ਜਦੋਂ ਵੀ ਤੁਹਾਡੇ ਨਾਲ ਕੋਈ ਧੋਖਾ ਹੋਵੇ ਤਾਂ ਉਸ ਬਾਡੀ ਨੂੰ ਈਮੇਲ ਕਰੋ, ਐਗਜ਼ੈਕਟਲੀ ਲਿਖੋ ਕਿ ਆਹ ਕੁਛ ਹੋਇਆ ਜੀ, ਆਹ ਕਮਿਟ ਹੋਇਆ ਸੀਗਾ, ਤਾਂ ਉਹਦੇ ਨਾਲ ਉਸ ਸ਼ਖਸ ਦੀ ਪ੍ਰੋਬਲਮ ਸੋਲਵ ਹੋਗੀ ਤੇ ਉਹਨੂੰ $400 ਉਸ ਕੰਪਨੀ ਨੇ ਅਗਲੇ ਦਿਨ ਮਾਫ ਕੀਤਾ ਜੀ। ਸੋ ਕਿਉਂਕਿ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਅਸੀਂ ਸਮਾਂ ਨਹੀਂ ਦੇਣਾ ਚਾਹੁੰਦੇ, ਤਾਂ ਉਹਦੇ ਕਰਕੇ ਕਈ ਵਾਰੀ ਸਾਨੂੰ ਮੁਸ਼ਕਲ ਆ ਜਾਂਦੀ ਹੈ, ਬਟ ਲੈਟ them know ਕਿ ਵੀ ਆਰ ਲਿਟਰੇਟ ਪੀਪਲ ਤੇ ਸਾਡੇ ਨਾਲ ਧੋਖਾ ਨਾ ਕਰੋ। ਐਬਸੋਲੂਟਲੀ। ਇਹਦੇ ਨਾਲ ਹੀ ਹਰਪ੍ਰੀਤ ਜੀ ਦੂਜੀ ਖਬਰ ਲਾ ਜਾਂਦੇ ਆ ਜੀ, ਰੀਅਲ ਐਸਟੇਟ ਦਾ ਬੜਾ ਰੌਲਾ ਪਿਆ ਸੀ ਕਿ ਅਸੀਂ ਇੰਡੀਆ ਤੋਂ ਪੈਸੇ ਨਹੀਂ ਮੰਗਵਾ ਸਕਦੇ ਜਾਂ ਫੋਰਨ ਕੰਟਰੀ ਤੋਂ ਪੈਸੇ ਨਹੀਂ ਮੰਗਵਾ ਸਕਦੇ, ਬਟ ਗਵਰਨਮੈਂਟ ਨੇ ਹੁਣ ਯੂ ਟਰਨ ਲਿਆ ਆ ਜੀ, ਬਹੁਤ ਜ਼ਿਆਦਾ ਸੌਖਾ ਕਰਤਾ ਆ ਦੁਬਾਰੇ ਬਾਹਰੋਂ ਪੈਸਾ ਮੰਗਵਾਉਣਾ। ਉਸ ਲਾਅ ਬਾਰੇ ਸਾਨੂੰ ਦੱਸਿਓ ਜੀ ਪਲੀਜ਼। ਜੀ ਇਸ ਦੀ ਬੜੀ ਮੁਖਾਲਫਤ ਹੋਈ ਜੀ ਜਦੋਂ ਕੈਨੇਡੀਅਨ ਸਰਕਾਰ ਨੇ, ਲਿਬਰਲ ਸਰਕਾਰ ਨੇ ਕਿਹਾ ਸੀ ਕਿ ਅਸੀਂ ਫੋਰਨ ਇਨਵੈਸਟਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਥੇ ਕੈਨੇਡਾ ਵਿੱਚ ਇਨਵੈਸਟ ਨਹੀਂ ਕਰਨ ਦਾਂਗੇ, ਅਤੇ ਉਸ ਤੋਂ ਬਾਅਦ ਤਰਥੱਲੀ ਮਚੀ। ਆਲਰੇਡੀ ਰੀਅਲ ਏਸਟੇਟ ਮਾਰਕੀਟ ਕਾਫੀ ਡਾਊਨ ਹੋਈ ਪਈ ਹੈ। ਭਾਵੇਂ ਇਹ ਫੋਰਨ ਬਾਇਰਸ ਜਿਹੜੇ ਨੇ ਬਹੁਤ ਵੱਡੀ ਮਾਤਰਾ 'ਚ ਨਹੀਂ ਹੈਗੇ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਕਰੀਬਨ 7% ਹੈਗੇ ਨੇ ਜਿਹੜੇ ਕਿ ਇਹ ਕੌਂਡੋਜ਼ ਅਤੇ ਇਨਵੈਸਟਮੈਂਟਸ ਦੇ ਵਿੱਚ ਪੈਸੇ ਲਾਉਂਦੇ ਨੇ, ਤੇ ਤੁਹਾਡੇ ਓਨਟਾਰੀਓ ਦੇ ਵਿੱਚ ਤਕਰੀਬਨ 5.5% ਦੇ ਕਰੀਬ ਫੋਰਨ ਬਾਇਰਸ ਹੈਗੇ ਨੇ। ਲੇਕਿਨ ਜਿੰਨਾ ਵੀ ਹੈਗਾ ਜੀ ਉਹ ਉਹਨਾਂ ਦਾ ਕੰਟਰੀਬਿਊਸ਼ਨ ਜਿਹੜਾ ਉਸ ਨੂੰ ਅਸੀਂ ਸਲਾਮ ਕਰਦੇ ਹਾਂ, ਕਿਉਂਕਿ ਇੱਥੇ ਆ ਕੇ ਇਨਵੈਸਟਮੈਂਟ ਹੋਣੀ, ਉਸ ਨਾਲ ਜੌਬਸ ਕ੍ਰੀਏਟ ਹੁੰਦੇ ਨੇ। ਪਰ ਫੈਡਰਲ ਸਰਕਾਰ ਨੇ ਕਿਹਾ ਕਿ ਜੀ ਅਸੀਂ ਫੋਰਨ ਬਾਇਰਸ ਨੂੰ ਇੱਥੇ ਨਹੀਂ ਲੈਣ ਦਾਂਗੇ ਰੀਅਲ ਏਸਟੇਟ, ਕਿਉਂਕਿ ਰੀਅਲ ਏਸਟੇਟ ਬਹੁਤ ਮਹਿੰਗੀ ਹੋ ਗਈ ਹੈ। ਲੇਕਿਨ ਇਹ ਯੂ ਟਰਨ ਲੈਣਾ ਪੈ ਗਿਆ ਕਿਉਂਕਿ ਹਰ ਪਾਸਿਓਂ ਇਸ ਦੀ ਮੁਖਾਲਫਤ ਹੋ ਰਹੀ ਸੀ। ਹੁਣ ਸਰਕਾਰ ਨੇ ਭਾਵੇਂ 2 ਸਾਲਾਂ ਦੇ ਉੱਤੇ ਬੈਨ ਲਾਇਆ ਹੋਇਆ ਕਿ ਕੋਈ ਵੀ ਬਾਹਰ ਦਾ ਵਿਅਕਤੀ ਆ ਕੇ ਇੱਥੇ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਨਹੀਂ ਲੈ ਸਕਦਾ, ਲੇਕਿਨ ਹੁਣ ਫੋਰਨ ਬਾਇਰਸ ਜਿਹੜੇ ਹੈਗੇ ਨੇ, ਬਾਹਰ ਰਹਿੰਦੇ ਲੋਕ ਜਿਹੜੇ ਨਾਨ ਸਿਟੀਜ਼ਨਸ ਨੇ ਕੈਨੇਡਾ ਦੇ, ਉਹ ਕੈਨੇਡਾ ਵਿੱਚ ਇਨਵੈਸਟ ਕਰ ਸਕਦੇ ਨੇ ਕਮਰਸ਼ੀਅਲ ਰੀਅਲ ਏਸਟੇਟ ਦੇ ਵਿੱਚ। ਅਤੇ ਜੇਕਰ ਰੀਅਲ ਏਸਟੇਟ ਰੈਜ਼ੀਡੈਂਸ਼ੀਅਲ ਵੀ ਉਹਨਾਂ ਨੇ ਡਿਵੈਲਪਮੈਂਟ ਵਾਸਤੇ ਲੈਣੀ ਹੈਗੀ, ਯਾਨੀ ਕਿ ਕੋਈ ਜ਼ਮੀਨ ਲੈ ਕੇ ਉੱਥੇ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਕਰਨੀ ਹੈ, ਉਹ ਵੀ ਹੁਣ ਖਰੀਦ ਸਕਦੇ ਹੈਗੇ ਨੇ। ਸੋ ਇਹ ਇੱਕ ਕਲੈਰੀਫਿਕੇਸ਼ਨ ਜਿਹੜੀ ਹੈ ਸਰਕਾਰ ਨੇ ਹੁਣ ਦਿੱਤੀ ਹੈਗੀ ਹੈ ਕਿ ਉਹਨਾਂ ਦਾ ਕਹਿਣਾ ਅਸੀਂ ਚਾਹੁੰਦੇ ਹਾਂ ਕਿ ਕਮਰਸ਼ੀਅਲ ਰੀਅਲ ਏਸਟੇਟ ਗਰੋ ਕਰੇ ਅਤੇ ਫੋਰਨ ਬਾਇਰਸ ਆ ਕੇ ਇੱਥੇ ਪੈਸਾ ਲਾ ਸਕਣ। ਸੋ ਉਹਨਾਂ ਦੀ ਸਹੂਲੀਅਤ ਲਈ ਇਹ ਅਨਾਊਂਸਮੈਂਟ ਕੀਤੀ ਗਈ ਹੈ। ਪਰ ਇਸ ਦੇ ਵਿੱਚ ਅਗੇਨ ਅਜੇ ਥੋੜ੍ਹੇ ਜਿਹੇ ਇਸ਼ੂਜ਼ ਇਹ ਆ ਰਹੇ ਨੇ ਕਿ
ਪਹਿਲਾਂ 3% ਜਿਹੜਾ ਹੈਗਾ ਸੀ ਜੀ ਇੱਕ ਕੰਪਨੀ ਇਨਕੋਰਪੋਰੇਟਡ ਕੰਪਨੀ ਜਿਹੜੀ ਉਹ ਸ਼ੇਅਰਸ ਬਾਹਰ ਦੇ ਰੱਖ ਸਕਦੀ ਸੀ, ਹੁਣ ਉਹ 10% ਕਰ ਦਿੱਤੇ ਗਏ ਹੈਗੇ ਨੇ। ਪਰ ਰੀਅਲ ਏਸਟੇਟ ਦੀ ਮਾਰਕੀਟ ਕਾਫੀ ਇਸ ਸਮੇਂ ਡਾਊਨ ਹੋਈ ਪਈ ਹੈ। ਇਨਫਲੇਸ਼ਨ ਜਿਹੜੀ ਹੈ ਉਹ ਅਜੇ ਵੀ 5.6% ਤੇ ਅੜੀ ਹੋਈ ਹੈ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਅਜੇ ਕੋਈ ਬਹੁਤਾ ਵੱਡਾ ਗੇਨ ਨਜ਼ਰ ਨਹੀਂ ਆ ਰਿਹਾ। ਸਰਕਾਰ ਹੁਣ ਦੁਬਾਰਾ ਅਪ੍ਰੈਲ ਦੇ ਵਿੱਚ ਬੈਂਕ ਆਫ ਕੈਨੇਡਾ ਅਨਾਉਂਸ ਕਰੇਗਾ ਕਿ ਕੀ ਉਹ ਇੰਟਰਸਟ ਰੇਟ ਵਧਾਉਂਦਾ ਹੈ ਕਿ ਨਹੀਂ ਵਧਾਉਂਦਾ। ਕੁਝ ਮਾਰਕੀਟ ਦੇ ਵਿੱਚ ਦੇਖਿਆ ਜਾ ਰਿਹਾ ਕਿ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਦੇ ਵਿੱਚ ਹੁਣ ਕੁਝ ਬਾਇਰਸ ਜਿਹੜੇ ਨੇ ਆਫਰਸ ਪਾ ਰਹੇ ਹੈਗੇ ਨੇ, ਲਿਟਲ ਬੈਟਰ ਦੈਨ ਬਿਫੋਰ, ਕਿਉਂਕਿ ਇਸ ਵਾਰ ਇੰਟਰਸਟ ਰੇਟ ਨਹੀਂ ਵਧਾਇਆ ਗਿਆ। ਪਰ ਅਪ੍ਰੈਲ ਦੇ ਵਿੱਚ ਜੇਕਰ ਇੰਟਰਸਟ ਰੇਟ ਦੁਬਾਰਾ ਤੋਂ ਵੱਧਦਾ ਹੈ ਤਾਂ ਉਸ ਨਾਲ ਰੀਅਲ ਏਸਟੇਟ ਮਾਰਕੀਟ ਨੂੰ ਇੱਕ ਫਿਰ ਵੱਡਾ ਧੱਕਾ ਲੱਗੇਗਾ। ਪਰ ਅਜੇ ਕੁਝ ਨਹੀਂ ਕਹਿ ਸਕਦੇ ਕਿ ਕੀ ਇਹ ਵਧੇਗਾ ਇੰਟਰਸਟ ਰੇਟ ਜਾਂ ਨਹੀਂ ਵਧੇਗਾ। ਦੂਸਰੇ ਪਾਸੇ ਫੋਰਨ ਬਾਇਰਸ ਜਿਹੜੇ ਹੈਗੇ ਨੇ, ਕੋਈ ਵੀ ਫੋਰਨ ਬਾਇਰ, ਕੋਈ ਵੀ ਵਿਅਕਤੀ ਪੈਸਾ ਉੱਥੇ ਲਾਉਂਦਾ ਹੈ ਜਿੱਥੇ ਪਤਾ ਹੋਵੇ ਕਿ ਜੀ ਉਸਦੀ ਗਰੋਥ ਹੋਣੀ ਹੈ। ਪਰ ਇਸ ਸਮੇਂ ਸਿਰਫ ਉਹ ਲੋਕ ਜਿਹੜੇ ਘਰ ਆਪਣੇ ਬਣਾਉਣ ਵਾਸਤੇ, ਰਹਿਣ ਵਾਸਤੇ ਬਣਾਉਣਾ ਚਾਹੁੰਦੇ ਨੇ, ਉਹੀ ਘਰ ਬਣਾ ਰਹੇ ਨੇ। ਸੋ ਉਸ ਕਰਕੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਲੇਕਿਨ ਕੀ ਫੋਰਨ ਬਾਇਰਸ ਹੁਣ ਇਸ ਮਾਰਕੀਟ ਦੇ ਵਿੱਚ ਆ ਕੇ ਇਨਵੈਸਟਮੈਂਟ ਕਰਨਗੇ ਕਿ ਉਹ ਵੇਟ ਕਰਨਗੇ, ਇਹ ਤਾਂ ਹੁਣ ਅਗੇਨ ਸਮਾਂ ਹੀ ਦੱਸੇਗਾ। ਲੇਕਿਨ ਅਜੇ ਇਸ ਰਿਪੋਰਟ ਦੇ ਵਿੱਚ ਜੋ ਕਿਹਾ ਗਿਆ ਹੈ, ਜੋ ਗੱਲ ਸਾਹਮਣੇ ਆਈ ਹੈ ਕਿ ਹੁਣ ਫੋਰਨ ਬਾਇਰਸ ਆ ਸਕਦੇ ਨੇ, ਇਹ ਅਗਲੇ ਮਹੀਨੇ ਤੱਕ ਮੈਨੂੰ ਲੱਗਦਾ ਕਿ ਥੋੜ੍ਹਾ ਬਹੁਤਾ ਪਤਾ ਲੱਗੇਗਾ ਜਦੋਂ ਸਟੈਟਿਸਟਿਕਸ ਕੈਨੇਡਾ ਕੁਝ ਅੰਕੜੇ ਕੱਢੇਗਾ ਕਿ ਕਿੰਨੇ ਹੋਮ ਬਾਇਰਸ ਜਿਹੜੇ ਹੈਗੇ ਨੇ ਬਾਹਰੋਂ ਆ ਕੇ ਇੱਥੇ ਇਨਵੈਸਟਮੈਂਟਸ ਕਰ ਰਹੇ ਨੇ, ਤੇ ਉਹਦੇ ਨਾਲ ਮਾਰਕੀਟ ਦੇ ਵਿੱਚ ਉਹਨਾਂ ਦੀ ਆਉਣ ਨਾਲ ਕੀ ਮਾਰਕੀਟ ਦੇ ਵਿੱਚ ਕੁਝ ਬੈਟਰਮੈਂਟ ਨਜ਼ਰ ਆ ਰਹੀ ਹੈ ਜਾਂ ਉਸ ਤਰ੍ਹਾਂ ਹੀ ਇਹ ਸਟੇਬਲ ਹੋਈ ਪਈ ਹੈ ਜਾਂ ਹੋਰ ਥੱਲੇ ਨੂੰ ਜਾ ਰਹੀ ਹੈ। ਸੋ ਤਕਰੀਬਨ 1 ਮਹੀਨਾ ਮੇਰੇ ਖਿਆਲ ਨਾਲ ਜੀ ਅਜੇ ਲੱਗੇਗਾ ਇਹ ਸਭ ਕੁਝ ਪਤਾ ਕਰਨ ਦੇ ਵਿੱਚ। ਜੀ, ਤੇ ਹਰਪ੍ਰੀਤ ਜੀ ਇਹਦੇ ਨਾਲ ਹੀ ਅਗਲੀ ਖਬਰ ਅਸੀਂ ਲੈ ਲੈਂਦੇ ਆ। April 1 ਤੋਂ ਫੈਡਰਲ ਦੇ ਬਜਟ ਦੇ ਅਕੋਰਡਿੰਗ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਜਾ ਰਹੀਆਂ। ਇੱਕ ਪਾਸੇ ਇਨਫਲੇਸ਼ਨ ਕਹਿੰਦੇ ਜੀ ਘਟ ਰਹੀ ਹੈ, ਦੂਜੇ ਪਾਸੇ ਫਿਊਲ ਦੇ ਪ੍ਰਾਈਸਿਸ, ਕੈਂਡ ਜੂਸਿਸ ਦੇ ਪ੍ਰਾਈਸਿਸ, ਕਈ ਸਟੇਟ ਹੀ ਕੁਛ ਹਿਲਜੁਲ ਹੋ ਰਹੀ ਹੈ। ਉਹਦੇ ਬਾਰੇ ਵੀ ਦੱਸਿਓ ਕਿ ਲੋਕਾਂ ਨੂੰ ਹੋਰ ਕਿੰਨੀ ਕੁ ਮਹਿੰਗਾਈ ਝੱਲਣੀ ਪੈ ਰਹੀ ਹੈ ਕੱਲ ਤੋਂ, ਯਾਨੀ 1 April ਤੋਂ। ਜੀ, ਸੋ ਰਵਿੰਦਰ ਜੀ, ਮਹਿੰਗਾਈ ਨੇ ਤਾਂ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ। ਭਾਵੇਂ ਗਲੋਬਲੀ ਅਸੀਂ ਦੇਖ ਰਹੇ ਹਾਂ ਕਿ ਸਪਲਾਈ ਚੇਨ ਬੈਟਰ ਹੋ ਚੁੱਕੀ ਹੈ, ਕੰਟੇਨਰਸ ਦੇ ਪ੍ਰਾਈਸ ਥੱਲੇ ਆ ਚੁੱਕੇ ਨੇ, ਲੇਕਿਨ ਅਸੀਂ ਕਈ ਪ੍ਰੋਗਰਾਮਸ ਵਿੱਚ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਖਾਣ ਪੀਣ ਦੀ ਕੀਮਤਾਂ ਦੇ ਵਿੱਚ ਅਜੇ ਕੋਈ ਬਹੁਤਾ ਘੱਟ ਨਜ਼ਰ ਨਹੀਂ ਆ ਰਿਹਾ। ਉਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਸਟੇਬਲ ਹੋਇਆ ਪਿਆ। ਸੋ ਹੁਣ ਫੈਡਰਲ ਸਰਕਾਰ ਨੇ ਜੋ ਅਨਾਉਂਸ ਕੀਤਾ, 2 ਮਹੱਤਵਪੂਰਨ ਅਨਾਉਂਸਮੈਂਟਸ ਕੀਤੀਆਂ ਨੇ। ਇੱਕ ਤੇ ਜਿਹੜੇ ਸ਼ਰਾਬ ਪੀਣ ਵਾਲੇ ਨੇ ਜੀ, ਉਹ ਹੋਰ ਥੋੜ੍ਹਾ ਜਿਹਾ ਖਰਚਾ ਕਰਨ ਲਈ ਤਿਆਰ ਹੋ ਜਾਣ। ਪਹਿਲਾਂ ਕਿਹਾ ਜਾ ਰਿਹਾ ਸੀ ਕਿ 6.5% ਟੈਕਸ ਜਿਹੜਾ ਵਧਾਇਆ ਜਾਏਗਾ, ਲੇਕਿਨ ਇਸ ਦੇ ਉੱਤੇ ਬਹੁਤ ਹਾਹਾਕਾਰ ਮਚਿਆ ਤੇ ਹੁਣ 1 ਸਾਲ ਵਾਸਤੇ ਸਰਕਾਰ ਨੇ ਕਿਹਾ ਕਿ ਸਿਰਫ 2% ਅਸੀਂ ਜੋ ਹੈ ਐਕਸਾਈਜ਼ ਵਧਾਵਾਂਗੇ। ਸੋ ਇਸ ਦੇ ਨਾਲ ਤਕਰੀਬਨ $100 ਮਿਲੀਅਨ ਜੋ ਹੈ ਸਰਕਾਰ ਨੂੰ ਇਸ ਦਾ ਬੈਨੀਫਿਟ ਹੋਏਗਾ ਇਸ ਟੈਕਸ ਦੇ ਨਾਲ। ਲੇਕਿਨ ਜਿਹੜੇ ਲੋਕ ਪੀਂਦੇ ਨੇ, ਭਾਵੇਂ ਬੀਅਰ ਹੈ ਤੇ ਭਾਵੇਂ ਵਾਈਨ ਹੈ ਤੇ ਭਾਵੇਂ ਉਹ ਹਾਰਡ ਡਰਿੰਕਸ ਨੇ, ਉਹਨਾਂ ਨੂੰ ਹੋਰ ਖਰਚਾ ਕਰਨਾ ਪਏਗਾ। ਦੂਸਰੇ ਪਾਸੇ ਕਾਰਬਨ ਟੈਕਸ ਵਧਣ ਜਾ ਰਿਹਾ ਜੀ। $50 ਪਰ ਟਨ ਜੋ ਹੈ ਇਹ ਕਾਰਬਨ ਟੈਕਸ ਸਰਕਾਰ ਜੋ ਲਾਂਦੀ ਹੈਗੀ ਸਾਡੇ ਉੱਤੇ। ਮਾਫ ਕਰਿਓ ਹਰਪ੍ਰੀਤ ਜੀ, 1 ਸੈਕਿੰਡ ਮਾਫ ਕਰਿਓ ਜੀ। ਜਿਹੜਾ ਅਲਕੋਹਲ ਦੇ ਉੱਤੇ ਟੈਕਸ ਵਧਾਇਆ ਜਾ ਰਿਹਾ ਹੈ, ਮੇਰੀ ਜਾਣਕਾਰੀ ਅਨੁਸਾਰ ਕਹਿੰਦੇ 40 ਸਾਲਾਂ 'ਚ ਪਹਿਲੀ ਵਾਰੀ ਹੈ ਕਿ ਇੰਨਾ ਟੈਕਸ ਵਧਿਆ ਜੀ। ਇਹ the excise tax on alcohol was set to increase by 6.3% ਜੀ April 1। ਐਬਸੋਲੂਟਲੀ 40 ਸਾਲਾਂ 'ਚ ਪਹਿਲੀ ਵਾਰ ਹੈ ਜੀ ਇਦਾਂ ਹੋਇਆ। ਜੀ ਬਿਲਕੁਲ, ਪਹਿਲੀ ਵਾਰ ਹੋ ਰਿਹਾ ਜੀ 4 ਦਹਾਕਿਆਂ ਤੋਂ ਬਾਅਦ ਜੋ ਹੈ ਕਿ ਇੰਨਾ ਇੰਟਰਸਟ ਰੇਟ ਵਧਾਇਆ ਜਾਣਾ ਸੀ, ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਕਿ 6.3% ਵਧੇਗਾ, ਲੇਕਿਨ 1 ਸਾਲ ਵਾਸਤੇ ਸਿਰਫ ਇਸ ਫਿਸਕਲ ਈਅਰ ਜਿਹੜਾ ਇਹ ਹੈਗਾ 2023-2024 ਦਾ ਸਾਲ ਜਿਹੜਾ ਹੈ, ਇਹਦੇ ਵਿੱਚ ਸਿਰਫ 2% ਉਹ ਵਧਾ ਰਹੇ ਹੈਗੇ ਨੇ, ਪਰ ਉਸ ਤੋਂ ਬਾਅਦ ਜਿਹੜਾ 6.3% ਹੀ ਵਧੇਗਾ। ਸੋ ਐਬਸੋਲੂਟਲੀ ਜੀ ਇਸ ਨਾਲ ਹੋਰ ਮਹਿੰਗਾਈ ਜਿਹੜੀ ਹੈਗੀ ਹੈ, ਬੋਤਲਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਤੇ ਇਹ ਤਾਂ ਕਹਿੰਦੇ ਜੀ ਲੋਕਾਂ ਲਈ ਫਿਰ ਚੰਗੀ ਗੱਲ ਹੋ ਗਈ ਹੈ, ਕਿਉਂਕਿ ਲੋਕ ਕਹਿੰਦੇ ਘੱਟ ਦਾਰੂ ਪੀਣਗੇ ਜੀ। ਦੇਖੋ ਜੀ, ਜਿਹਨੇ ਪੀਣੀ ਹੈ ਉਹਨੇ ਪੀ ਹੀ ਲੈਣੀ ਹੈ, ਭਾਵੇਂ $10 ਹੋਰ ਵੱਧ ਖਰਚਣੇ ਪੈ ਜਾਣ। ਕੀ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਕੀ ਜਿਹੜੇ ਸਾਡੇ ਸੋਸ਼ਲ ਇੱਕ ਸਿਸਟਮ ਬਣਿਆ ਪਿਆ, ਕੀ ਉਸ ਵਿੱਚ ਅਸੀਂ ਕੁਝ ਸੈਂਟ ਬਚਾਉਣ ਵਾਸਤੇ, ਕੁਝ ਡਾਲਰਸ ਬਚਾਉਣ ਵਾਸਤੇ ਆਪਣੀ ਮਹਿਮਾਨ ਨਵਾਜ਼ੀ ਨਹੀਂ ਕਰਾਂਗੇ? ਇਹ ਸਾਨੂੰ ਵੀ ਪਤਾ ਜੀ ਅਸੀਂ ਕਿੱਥੇ ਖਲੋਤੇ ਹਾਂ, ਕਿਤੇ ਹੋਰ ਅਸੀਂ ਕਟੌਤੀ ਕਰ ਲਾਂਗੇ, ਪਰ ਜਦੋਂ ਬੋਤਲ ਲੈਣ ਦੀ ਵਾਰੀ ਆਉਂਦੀ ਹੈ ਉੱਥੇ ਅਸੀਂ ਘਬਰਾਉਂਦੇ ਨਹੀਂ ਹੈਗੇ। ਹਾਂ, ਕਿਤਾਬ ਲੈਣੀ ਹੋਏ ਤਾਂ ਅਸੀਂ ਜ਼ਰੂਰ ਸੋਚ ਲੈਂਦੇ ਹਾਂ ਕਿ ਯਾਰ ਇੱਥੇ ਇੰਨਾ ਪੈਸਾ ਕੀ ਖਰਚਣਾ ਹੈਗਾ, ਪਰ ਸ਼ਰਾਬ ਦੀ ਬੋਤਲ ਤੇ ਰਵਿੰਦਰ ਜੀ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਸੰਕੋਚ ਕਰੇਗਾ। ਸਰਕਾਰ ਇਸੀ ਕਰਕੇ ਤੁਹਾਨੂੰ ਪਤਾ ਹੈ ਕਿ ਸਿਗਰਟਸ ਦੇ ਉੱਤੇ ਤੇ ਸ਼ਰਾਬ ਦੇ ਉੱਤੋਂ ਜਿਹੜਾ ਐਕਸਾਈਜ਼ ਆਉਂਦਾ ਹੈ ਉਸ ਤੋਂ ਬਹੁਤ ਸਾਰੇ ਪ੍ਰੋਗਰਾਮ ਚਲਾਉਂਦੀ ਹੈ ਤੇ ਬਹੁਤ ਵੱਡੀ ਆਮਦਨ ਦਾ ਜ਼ਰੀਆ ਹੈਗਾ ਸਰਕਾਰ ਵਾਸਤੇ। ਜੀ,
ਤੇ ਇਹਦੇ ਨਾਲ ਹੀ ਹਰਪ੍ਰੀਤ ਜੀ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ। ਪਿੱਛੇ ਜੇ ਇੱਕ ਸੈਮੀਨਾਰ ਮੈਂ ਅਟੈਂਡ ਕੀਤਾ ਸੀਗਾ, ਉਹ ਡਰੱਗ ਅਵੇਅਰਨੈਸ ਨੂੰ ਲੈ ਕੇ ਸੀਗਾ। ਇੱਥੇ ਬਰੈਂਪਟਨ ਦੇ ਵਿੱਚ ਇੱਕ ਅਦਾਰਾ ਬਣਿਆ ਹੋਇਆ, NGO ਬਣਿਆ ਹੋਇਆ ਆ, ਤੇ ਉਹਦੇ ਵਿੱਚ ਇੱਕ ਪੁਲਿਸ ਆਫੀਸਰ ਨੇ ਆ ਕੇ ਬੜੀ ਸੋਹਣੀ ਡਿਸਕ੍ਰਿਪਸ਼ਨ ਦਿੱਤੀ ਸੀਗੀ। ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਸੀਗੀ। WHO ਵੀ ਕਹਿਣ ਲੱਗ ਗਿਆ ਹੈ ਕਿ ਜੇ ਅਸੀਂ ਕਹਿੰਦੇ ਕਿ ਵੀਕ ਦੇ ਵਿੱਚ ਜੀ ਅਸੀਂ 2 ਪੈਗ ਹੀ ਲਗਾਉਂਦੇ ਆ ਤਾਂ ਬਹੁਤੇ ਹਾਨੀਕਾਰਕ ਨਹੀਂ ਹਨ। 2 ਪੈਗ ਵੀ ਹਾਨੀਕਾਰਕ ਨੇ, ਤੇ ਜੇ ਤੁਸੀਂ 4 ਪੈਗ ਵੀਕ ਦੇ ਵਿੱਚ ਲਗਾਉਂਦੇ ਹੋ ਤਾਂ ਉਹ ਹੋਰ ਜ਼ਿਆਦਾ ਹਾਨੀਕਾਰਕ ਨੇ, ਤੇ ਜੇ ਤੁਸੀਂ ਉਹਦੇ ਤੋਂ ਵੱਧ ਲਗਾਉਂਦੇ ਹੋ, ਉਹ ਮਾਤਰਾ ਦੇ ਵਿੱਚ ਦੱਸਿਆ ਹੋਇਆ ਜੀ, ਉਹ ਸਟੱਡੀ ਇੰਟਰਨੈਟ ਤੇ ਪਈ ਹੈ ਜੇ ਕਿਸੇ ਨੂੰ ਹੋਵੇ। ਤੇ ਕੈਨੇਡੀਅਨ ਗਵਰਨਮੈਂਟ ਵੀ ਇਹ ਕਹਿਣ ਲੱਗੀ ਹੈ ਕਿ ਐਬਸੋਲੂਟਲੀ ਚੀਜ਼ ਹਾਨੀਕਾਰਕ ਹੈ ਜੀ। ਜੀ ਬਿਲਕੁਲ। ਜੇ ਤਾਂ ਦੇਖੋ ਅਸੀਂ ਰੇਟ ਵਧਣ ਨਾਲ ਸਮਝ ਜਾਈਏ ਕਿ ਅਸੀਂ ਇਹਨੂੰ ਛੱਡ ਦਈਏ ਚੀਜ਼ ਨੂੰ, ਤੇ ਉਹ ਜ਼ਿਆਦਾ ਅੱਛੀ ਗੱਲ ਹੈ, ਪਰ ਉਹ ਸਮਾਜ ਦੇ ਭਲੇ ਲਈ ਹੈ, ਸਰਕਾਰ ਦੇ ਜ਼ਰੂਰ ਨੁਕਸਾਨ ਲਈ ਹੈ ਉਹ ਚੀਜ਼। ਜੀ ਇਸ ਤਰ੍ਹਾਂ ਹੈਗਾ ਕਿ ਹੈਲਥ ਕੈਨੇਡਾ ਨੇ ਵੀ ਇਹ ਅਨਾਉਂਸਮੈਂਟ ਕੀਤੀ ਕਿ ਪਹਿਲਾਂ 10 ਡਰਿੰਕਸ ਪਰ ਹਫਤੇ ਅਲਾਉਡ ਹੁੰਦੀਆਂ ਸੀ, ਜਿਹੜੇ ਕਿ ਘਟਾ ਕੇ ਹੁਣ 2 ਤੇ ਕਰ ਦਿੱਤੀਆਂ ਗਈਆਂ ਨੇ। ਬਲਕਿ ਮੇਰਾ ਤਾਂ ਇਹ ਸਮਝਣਾ ਕਿ 2 ਵੀ ਬਹੁਤ ਜ਼ਿਆਦਾ ਹੈਗਾ, ਕਿਉਂਕਿ ਸ਼ਰਾਬ ਸਾਡੀ ਸਿਹਤ ਵਾਸਤੇ ਕਿਸੇ ਵੀ ਪੱਖ ਤੋਂ ਚੰਗੀ ਨਹੀਂ ਹੈਗੀ। ਆਮ ਤੌਰ ਤੇ ਖੁਸ਼ੀ ਹੋਵੇ ਜਾਂ ਗਮ, ਅਸੀਂ ਸ਼ਰਾਬ ਦਾ ਇਸਤੇਮਾਲ ਕਰਦੇ ਹਾਂ। ਅਸੀਂ ਅਲਕੋਹਲ ਦੇ ਨਾਲ ਨਾਲ ਇਹ ਸ਼ੁਰੂਆਤ ਹੁੰਦੀ ਹੈ, ਤੇ ਉਸ ਤੋਂ ਬਾਅਦ ਡਰੱਗਸ, ਅਤੇ ਉਸ ਤੋਂ ਬਾਅਦ ਜੋ ਕੁਝ ਹੁੰਦਾ ਤੁਹਾਨੂੰ ਸਮਾਜ ਦੇ ਵਿੱਚ ਪਤਾ ਹੈ ਕੀ ਕੁਝ ਇਸ ਸਮੇਂ ਚੱਲ ਰਿਹਾ ਹੈਗਾ। ਸੋ ਡੈਫੀਨੇਟਲੀ ਮੈਂ ਤਾਂ ਸਮਝਣਾ ਜੀ 0 ਟੋਲਰੈਂਸ ਪਾਲਿਸੀ ਹੋਣੀ ਚਾਹੀਦੀ ਇਸ ਦੇ ਲਈ। ਭਾਵੇਂ ਸਰਕਾਰ ਨੂੰ ਨੁਕਸਾਨ ਹੋਵੇ ਇਸ ਦਾ, ਅਸੀਂ ਆਪਣੀ ਸਿਹਤ ਦੇ ਜ਼ਿੰਮੇਵਾਰ ਆਪ ਬਣੀਏ, ਤੇ ਬਜਾਏ ਕਿ ਅਸੀਂ 2 ਡਰਿੰਕਸ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਵੀ ਨਾ ਹੋਣ। ਮੈਂ ਤਾਂ ਕਹਿੰਦਾ ਬਿਲਕੁਲ ਇਹ ਖਤਮ ਕਰਨੀ ਚਾਹੀਦੀ, ਤੇ ਇਸ ਵਾਸਤੇ ਸਰਕਾਰ ਕੁਝ ਨਹੀਂ ਕਰ ਸਕਦੀ, ਸਾਨੂੰ ਆਪਣਾ ਮਨੋਬਲ ਜੋ ਹੈ ਉਹ ਮਜ਼ਬੂਤ ਕਰਨਾ ਪਏਗਾ। ਤੇ ਸਾਡੇ ਤੇ ਗੁਰੂਆਂ ਨੇ ਵੀ ਸਾਨੂੰ ਇਹ ਕਿਹਾ ਕਿ ਜੀ ਸ਼ਰਾਬ ਦੀ ਕੋਈ ਥਾਂ ਨਹੀਂ ਹੈਗੀ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣੇ ਵਾਸਤੇ, ਸਾਡੇ ਘਰਾਂ ਦੇ ਵਿੱਚ। ਲੇਕਿਨ ਜਦੋਂ ਅਸੀਂ ਆਸ-ਪਾਸ ਦੇਖਦੇ ਹਾਂ ਤਾਂ ਇੱਕ ਸੋਸ਼ਲ ਸਟੇਟਸ ਬਣ ਚੁੱਕਿਆ ਹੈ ਅਰਵਿੰਦਰ ਜੀ। ਇਸ ਨੂੰ ਖਤਮ ਕਰਨ ਵਾਸਤੇ ਕੋਈ ਰਿਲੀਜੀਅਸ ਆਰਗੇਨਾਈਜੇਸ਼ਨ, ਕੋਈ ਸਰਕਾਰ, ਕੋਈ ਕੁਝ ਨਹੀਂ ਕੰਮ ਕਰ ਸਕਦੀ। ਮੇਰਾ ਇਹ ਸਮਝਣਾ ਹੈ ਕਿ ਸਾਨੂੰ ਆਪ ਹੀ ਇਹ ਫੈਸਲਾ ਕਰਨਾ ਪਏਗਾ, ਤੇ ਜੇਕਰ ਅਸੀਂ ਇਹ ਫੈਸਲਾ ਜਿੰਨੀ ਛੇਤੀ ਕਰ ਲੈਂਦੇ ਹਾਂ ਉਨਾ ਹੀ ਇਹ ਬਿਹਤਰ ਹੋਏਗਾ ਸਾਡੇ ਸਰੀਰ ਵਾਸਤੇ। ਅੱਜ ਇਹ ਪ੍ਰੂਵ ਹੋ ਚੁੱਕਿਆ ਹੈ ਕਿ ਸ਼ਰਾਬ ਨਾਲ ਕਿੰਨੇ ਕੈਂਸਰਸ ਲਿੰਕਡ ਹੈਗੇ ਨੇ, ਕਿਸ ਤਰੀਕੇ ਨਾਲ ਸਾਡਾ ਲਿਵਰ ਖਰਾਬ ਹੁੰਦਾ ਹੈ। ਸੋ ਅਸੀਂ ਬਹੁਤ ਸਿਆਣੇ ਹਾਂ, ਅਸੀਂ $1 ਬੜੀ ਮਿਹਨਤ ਨਾਲ ਕਮਾਉਂਦੇ, ਅਤੇ ਜਦੋਂ ਖਰਚਦੇ ਵੀ ਹਾਂ ਅਸੀਂ ਬਹੁਤ ਕਿੰਤੂ ਪ੍ਰੰਤੂ ਕਰਕੇ ਉਹ ਪੈਸਾ ਖਰਚਦੇ ਹਾਂ। ਲੇਕਿਨ ਜਦੋਂ ਸ਼ਰਾਬ ਦੇ ਉੱਤੇ ਖਰਚਣ ਦੀ ਵਾਰੀ ਆਉਂਦੀ ਹੈ, ਉੱਥੇ ਅਸੀਂ ਬਿਲਕੁਲ ਸਭ ਕੁਝ ਭੁੱਲ ਜਾਂਦੇ ਹਾਂ। ਸੋ ਅਗੇਨ ਮੈਂ ਬੇਨਤੀ ਕਰਾਂਗਾ ਕਿ ਜ਼ਰੂਰ ਇਸ ਦੇ ਉੱਤੇ ਸੋਚੋ ਕਿ ਇਹ ਪੈਸਾ ਐਵੇਂ ਹੀ ਤੁਸੀਂ ਖਰਾਬ ਨਾ ਕਰੋ। ਤੁਹਾਡੀ ਸਿਹਤ ਵੀ ਖਰਾਬ ਹੁੰਦੀ ਹੈ, ਤੁਹਾਨੂੰ ਨੁਕਸਾਨ ਹੁੰਦਾ ਹੈ, ਤੁਹਾਡਾ ਪੈਸਾ ਵੀ ਜਾਂਦਾ ਹੈ। ਇਹੀ ਪੈਸਾ ਤੁਸੀਂ ਕਿਸੇ ਚੰਗੇ ਕੰਮ ਤੇ ਲਾ ਲਓ, ਕਿਸੇ ਦੀ ਮਦਦ ਤੇ ਕਰ ਦਿਓ, ਜਾਂ ਆਪਣੇ ਘਰ ਦੇ ਵਿੱਚ ਕੋਈ ਚੰਗੀ ਪੁਸਤਕ ਲਿਆਉਣ ਤੇ ਲਾ ਦਿਓ, ਆਪਣੇ ਘਰ ਦੇ ਵਿੱਚ ਲਾਇਬ੍ਰੇਰੀ ਕ੍ਰੀਏਟ ਕਰ ਲਓ। ਅੱਜ ਸਾਡੇ ਘਰਾਂ ਦੇ ਵਿੱਚ ਬਾਰਸ ਤਾਂ ਬੰਦੀਆਂ ਨੇ, ਪਰ ਲਾਇਬ੍ਰੇਰੀਜ਼ ਖਤਮ ਹੁੰਦੀਆਂ ਜਾ ਰਹੀਆਂ ਨੇ। ਬਹੁਤ ਹੀ ਵਿਲੱਖਣ ਘਰ ਹੋਣਗੇ ਜਿਨ੍ਹਾਂ ਵਿੱਚ ਕਿ ਸਾਨੂੰ ਲਾਇਬ੍ਰੇਰੀ ਵੇਖਣ ਨੂੰ ਮਿਲਦੀ ਹੈ। ਤੇ ਜੇਕਰ ਅਸੀਂ ਵਾਕਈ 'ਚ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉੱਨਤੀ ਕਰਨ ਮਾਨਸਿਕ ਤੌਰ ਦੇ ਉੱਤੇ, ਤਾਂ ਘਰਾਂ ਦੇ ਵਿੱਚ ਲਾਇਬ੍ਰੇਰੀ ਇਸਟੈਬਲਿਸ਼ ਕਰਨੀ ਬਹੁਤ ਜ਼ਰੂਰੀ ਹੈ। ਸੋ ਉਹ ਪੈਸਾ ਮੈਂ ਕਹਿੰਦਾ ਡਾਇਵਰਟ ਕਰੋ ਟੂਵਰਡਸ ਬੁੱਕਸ। ਚੰਗੀ ਸੋਚ ਹੋਏਗੀ, ਚੰਗਾ ਸਾਨੂੰ ਦੂਸਰਿਆਂ ਦੇ ਐਕਸਪੀਰੀਐਂਸਿਸ ਦਾ ਪਤਾ ਲੱਗੇਗਾ, ਤੇ ਅਸੀਂ ਕੁਝ ਨਾ ਕੁਝ ਬਿਹਤਰ ਕਰ ਸਕਾਂਗੇ। ਤੇ ਉਸ ਦੇ ਨਾਲ ਹੀ ਜੀ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਾਰਬਨ ਟੈਕਸ ਦੀ, ਸੋ ਕਾਰਬਨ ਟੈਕਸ ਵੀ ਵਧਣ ਜਾ ਰਿਹਾ ਜੀ। ਕਾਰਬਨ ਟੈਕਸ ਦੇ ਨਾਲ ਤੁਹਾਨੂੰ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਏਗਾ, ਤੁਹਾਡਾ ਜਿਹੜਾ ਘਰ ਦੇ ਵਿੱਚ ਹੀਟਿੰਗ ਹੁੰਦੀ ਹੈ ਉਸ ਦੇ ਉੱਤੇ ਹੋਰ ਤੁਹਾਨੂੰ ਖਰਚਣਾ ਪਏਗਾ। ਸੋ $50 ਤੋਂ ਇਹ $65 ਸਰਕਾਰ ਵਧਾ ਰਹੀ ਹੈ ਪ੍ਰਤੀ ਜੋ ਹੈ ਟਨ। ਸੋ ਉਹਦੇ ਨਾਲ 3 ਤੋਂ 4 ਸੈਂਟਸ ਡਿਪੈਂਡਿੰਗ ਅਪੋਨ ਦ ਡਿਫਰੈਂਟ ਪ੍ਰੋਵਿੰਸਿਸ ਉਹ ਫਰਕ ਪਏਗਾ। ਐਂਡ ਮਹਿੰਗਾਈ ਹੋਰ ਹੋਏਗੀ, ਲੋਕ ਤਾਂ ਆਲਰੇਡੀ ਹਾਹਾਕਾਰ ਮਚਾ ਰਹੇ ਨੇ, ਇਹ ਹੋਰ ਮਹਿੰਗਾਈ ਦੇ ਨਾਲ ਨੁਕਸਾਨ ਹੋਏਗਾ। ਤੇ ਜਿੱਥੇ ਤੁਸੀਂ ਓਨਟਾਰੀਓ ਦੀ ਗੱਲ ਕੀਤੀ, ਉੱਥੇ ਰੀਸਾਈਕਲਿੰਗ ਦੇ ਉੱਤੇ ਵੀ ਕੁਝ ਇਹ ਚੇਂਜਸ ਲਿਆ ਰਹੇ ਨੇ, ਜਿਹਦੇ ਨਾਲ ਕਿ ਤੁਹਾਨੂੰ ਜਿਹੜਾ ਤੁਸੀਂ ਕੋਈ ਕੱਪ ਖਰੀਦਦੇ ਹੋ ਜਾਂ ਕੋਈ ਵੀ ਰੀਸਾਈਕਲਿੰਗ ਲਈ ਕੋਈ ਚੀਜ਼ ਖਰੀਦਦੇ ਹੋ, ਉਸ ਦੇ ਉੱਤੇ ਤੁਹਾਨੂੰ ਵੱਧ ਪੈਸੇ ਖਰਚਣੇ ਪੈਣਗੇ। ਠੀਕ, ਉਹਦੇ ਚਾਹੇ ਤੁਸੀਂ ਸ਼ਰਾਬ ਦੀ ਬੋਤਲ ਖਰੀਦ ਰਹੇ ਹੋ, ਚਾਹੇ ਤੁਸੀਂ ਕੋਈ ਨਾਨ ਐਲਕੋਹਲਿਕ ਡਰਿੰਕ ਖਰੀਦ ਰਹੇ ਹੋ, ਜੀ ਬਿਲਕੁਲ, ਤੇ ਜਾਂ ਤੁਸੀਂ ਮਠਿਆਈਆਂ ਵੀ ਖਰੀਦਦੇ ਹੋ, ਕੰਟੇਨਰਸ ਨੇ ਜੀ, ਕੁਝ ਪਲਾਸਟਿਕ ਦੇ ਹੋ ਗਏ, ਕੁਝ ਹੋ ਗਏ ਜਿਹੜੇ ਰੀਸਾਈਕਲਿੰਗ ਹੈ, ਉਹ ਟੈਕਸ ਓਨਟਾਰੀਓ ਦੇ ਵਿੱਚ ਲੱਗਣ ਜਾ ਰਿਹਾ। ਉਹਦੇ ਕਰਕੇ ਲਗਭਗ ਹਰੇਕ ਹਲਵਾਈ ਦੀ ਦੁਕਾਨ ਦੇ ਉੱਤੇ ਤੁਹਾਨੂੰ ਚੀਜ਼ ਮਹਿੰਗੀ ਮਿਲਣੀ ਸ਼ੁਰੂ ਹੋ ਜਾਊਗੀ ਜੀ। ਤੇ ਇਹਦੇ ਨਾਲ ਹੀ ਹਰਪ੍ਰੀਤ ਜੀ ਅਸੀਂ ਗੱਲ ਕਰਾਂਗੇ ਟਰੰਪ ਦੀ। ਪ੍ਰੈਜ਼ੀਡੈਂਟ ਰਹੇ ਨੇ ਜੀ ਅਮਰੀਕਾ ਦੇ, ਬੜੇ ਮਸ਼ਹੂਰ ਰਹੇ ਨੇ। 4 ਸਾਲ ਉਹਨਾਂ ਨੇ ਡੰਡੇ ਦੇ ਸਿਰ ਦੇ ਉੱਤੇ ਪ੍ਰੈਜ਼ੀਡੈਂਟਸ਼ਿਪ ਕੀਤੀ ਹੈ। ਹਾਲਾਂਕਿ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਰਿਵੋਲਟ ਹੋਏ ਨੇ, ਕਈ ਕੁਝ ਹੋਇਆ ਆ, ਪਰ ਟਰੰਪ ਦੇ ਉੱਤੇ 2016 ਦੇ ਵਿੱਚ ਕੁਝ ਚਾਰजेस ਲੱਗੇ ਸੀਗੇ, ਤੇ ਉਦੋਂ ਵੀ ਆਪੋਜੀਸ਼ਨ ਪਾਰਟੀਆਂ ਨੇ ਬਹੁਤ ਰੌਲਾ ਪਾਇਆ ਸੀਗਾ ਕਿ ਅਸੀਂ ਹੁਣ ਇਹ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਿੱਚ ਇਹ ਕਿੱਦਾਂ ਲੜ ਰਹੇ ਨੇ। ਤੇ ਉਹਨਾਂ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ
ਇੱਕ ਲੇਡੀ ਨੂੰ ਪੈਸੇ ਦੇ ਕੇ ਚੁੱਪ ਕਰਵਾ ਦਿੱਤਾ ਸੀਗਾ, ਜਿਹੜੀ ਉਹਨਾਂ ਤੇ ਇਲਜ਼ਾਮ ਲਗਾ ਰਹੀ ਸੀਗੀ। ਤੇ ਉਸ ਕੇਸ ਦੇ ਵਿੱਚ ਹੁਣ ਟਰੰਪ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜੀ। ਜਿਊਰੀ ਨੇ ਉਹਨਾਂ ਨੂੰ ਟਿਊਜ਼ਡੇ ਨੂੰ ਬੁਲਾਇਆ ਹੈ ਜੀ। ਜੀ ਬਿਲਕੁਲ ਜੀ, ਸਾਰੀ ਦੁਨੀਆ ਦੇ ਵਿੱਚ ਇਹ ਖਬਰ ਹਰ ਕਿਸੇ ਨੇ ਪੜ੍ਹ ਲਈ ਹੋਏਗੀ, ਕਿਉਂਕਿ ਇਹ 2 ਦਿਨ ਪੁਰਾਣੀ ਹੁਣ ਗੱਲ ਹੋ ਚੁੱਕੀ ਹੈ। ਤੇ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਬਰੀਫਲੀ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਟਰੰਪ ਦੇ ਉੱਤੇ ਦੋਸ਼ ਹੈਗਾ ਕਿ ਉਹਨਾਂ ਨੇ ਐਕਸਟਰਾ ਮੈਰਿਟਲ ਰਿਲੇਸ਼ਨ ਸੀ ਉਹਨਾਂ ਦੇ ਕੁਝ ਔਰਤਾਂ ਦੇ ਨਾਲ। ਉਹਨਾਂ ਔਰਤਾਂ ਨੇ ਇਹ ਕੇਸਿਸ ਜਿਹੜੇ ਨੇ 2016 ਦੇ ਵਿੱਚ ਜਦੋਂ ਰਾਸ਼ਟਰਪਤੀ ਲਈ ਖੜੇ ਹੋਏ ਸਨ ਡੋਨਲਡ ਟਰੰਪ, ਉਸ ਸਮੇਂ ਇਹ ਬਾਹਰ ਲਿਆਂਦੇ। ਤੇ ਕਿਹਾ ਜਾ ਰਿਹਾ ਕਿ ਉਸ ਸਮੇਂ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਵੱਡੀ ਮਾਤਰਾ ਦੇ ਵਿੱਚ ਪੈਸੇ ਦੇ ਕੇ, ਡਾਲਰਸ ਦੇ ਕੇ ਇਹ ਗੱਲ ਠੱਪ ਕਰ ਦਿੱਤੀ ਗਈ ਸੀ। ਲੇਕਿਨ ਨਿਊਯਾਰਕ ਦੀ ਜਿਊਰੀ ਨੇ, ਗ੍ਰੈਂਡ ਜਿਊਰੀ ਨੇ ਇਸ ਚੀਜ਼ ਨੂੰ ਹੁਣ ਮੁੜ ਤੋਂ ਬਾਹਰ ਕੱਢਿਆ ਹੈਗਾ। ਤੇ ਮੰਗਲਵਾਰ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ, ਹੁਣ ਰਾਸ਼ਟਰਪਤੀ ਟਰੰਪ ਪੇਸ਼ ਹੋਣਗੇ ਉੱਥੇ ਐਜ਼ ਅ ਨਾਰਮਲ। ਜਦੋਂ ਅਮਰੀਕਾ ਦਾ ਇੱਕ ਸਿਸਟਮ ਹੈਗਾ ਜਿਹਦੇ ਵਿੱਚ ਕਿ ਜੇਕਰ ਤੁਹਾਡੇ 'ਤੇ ਕੋਈ ਦੋਸ਼ ਲੱਗਦਾ ਹੈ ਤਾਂ ਤੁਸੀਂ ਕੋਰਟ ਦੇ ਅੱਗੇ ਅਪੇਅਰ ਹੁੰਦੇ ਹੋ। ਤੁਹਾਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਖਿੱਚੀਆਂ ਜਾਂਦੀਆਂ ਨੇ ਫਰੰਟ ਬੈਕ ਸਾਈਡ ਤੋਂ, ਤੁਸੀਂ ਕਈ ਪਿਕਚਰਾਂ 'ਚ ਵੀ ਦੇਖਿਆ ਹੋਵੇਗਾ। ਤੇ ਇਹ ਕੇਸ ਸ਼ੁਰੂ ਹੋਏਗਾ ਜਿੱਥੇ ਰਿਪਬਲਿਕਨ ਪਾਰਟੀ ਤੇ ਡੋਨਲਡ ਟਰੰਪ ਕਹਿ ਰਹੇ ਨੇ ਕਿ ਇਹ ਸਰਾਸਰ ਇੱਕ ਇਲਜ਼ਾਮ ਹੈ ਉਹਨਾਂ ਦੇ ਉੱਤੇ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਡੋਨਲਡ ਟਰੰਪ ਮੁੜ ਤੋਂ 2024 ਦੇ ਵਿੱਚ ਰਾਸ਼ਟਰਪਤੀ ਬਣਨ ਦੇ ਚਾਹਵਾਨ ਹੈਗੇ ਨੇ। ਸੋ ਇਸ ਕੇਸ ਦੇ ਨਾਲ ਇੱਕ ਤਾਂ ਟਰੰਪ ਦਾ ਜਿਹੜਾ ਬੇਸ ਹੈ ਜੀ ਕਾਫੀ ਸਟਰੋਂਗ ਹੈਗਾ, ਤੁਹਾਨੂੰ ਪਤਾ ਹੀ ਹੈ ਅਮਰੀਕਾ ਦੇ ਵਿੱਚ। ਇਸ ਦੇ ਨੁਕਸਾਨ ਤੇ ਬੈਨੀਫਿਟ ਦੀ ਮੈਂ ਗੱਲ ਕਰਨਾ ਚਾਹੂੰਗਾ। ਇਸ ਦਾ ਇੱਕ ਵੱਡਾ ਫਾਇਦਾ ਜਿਹੜਾ ਹੈ ਉਹ ਟਰੰਪ ਨੂੰ ਹੋ ਸਕਦਾ ਹੈ ਜੇਕਰ ਉਹਨਾਂ ਨੂੰ ਬਾਹਰ ਨਹੀਂ ਕੀਤਾ ਜਾਂਦਾ ਇਲੈਕਸ਼ਨ ਵਿੱਚ ਲੜਨ ਤੋਂ। ਜੇਕਰ ਉਹ ਦੁਬਾਰਾ ਤੋਂ ਆਉਂਦੇ ਨੇ ਇਸ ਫੀਲਡ ਦੇ ਵਿੱਚ ਤਾਂ ਉਹਨਾਂ ਦਾ ਬੇਸ ਜਿਹੜਾ ਹੈ ਉਹ ਹੋਰ ਸਟਰੋਂਗ ਹੋਏਗਾ। ਜਿਹੜੇ ਇਹਨਾਂ ਨਾਲ ਜੁੜੇ ਹੋਏ ਸਪੋਰਟਰਸ ਨੇ ਹੋਰ ਰਿਵਾਈਵ ਹੋ ਜਾਣਗੇ ਤੇ ਇਹਨਾਂ ਨੂੰ ਕਾਫੀ ਜ਼ਿਆਦਾ ਸਪੋਰਟ ਮਿਲ ਸਕਦੀ ਹੈਗੀ ਉਸ ਬੇਸ ਦੇ ਉੱਤੇ। ਅਮਰੀਕਾ ਦੇ ਵਿੱਚ ਜਿਹੜੇ ਵੈਸਟਰਨ ਮੁਲਕ ਨੇ ਜੀ, ਇਹਦੇ ਵਿੱਚ ਇਹ ਦੋਸ਼ ਲੱਗ ਜਾਣਾ ਜੀ ਕਿ ਜੀ ਤੁਹਾਡਾ ਕਿਸੇ ਨਾਲ ਐਕਸਟਰਾ ਮੈਰਿਟਲ ਰਿਲੇਸ਼ਨ ਹੈਗਾ, ਇਹ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ ਹੈਗਾ, ਕਿਉਂਕਿ ਇੱਥੋਂ ਦਾ ਇੱਕ ਸਿਸਟਮ ਇਹੋ ਜਿਹਾ ਹੈਗਾ। ਪਰ ਡੈਫੀਨੇਟਲੀ ਸਿਆਸਤ ਵਿੱਚ ਰਹਿੰਦੇ ਹੋਏ ਅਗੇਨ ਐਜ਼ ਰਾਸ਼ਟਰਪਤੀ ਰਹਿ ਚੁੱਕੇ ਹੋ ਤੁਸੀਂ, ਪਰ ਇਹ ਕੇਸ ਥੋੜ੍ਹਾ ਜਿਹਾ ਜਾਂਦਾ ਹੈ ਪਿੱਛੇ ਜਦੋਂ ਇਹ ਪੋਲੀਟਿਕਸ ਵਿੱਚ ਨਹੀਂ ਆਏ ਸਨ। ਉਸ ਸਮੇਂ 2 ਔਰਤਾਂ ਦਾ ਇਹਨਾਂ ਦੇ ਨੇ ਕਿਹਾ ਕਿ ਸਰੀਰਕ ਸ਼ੋਸ਼ਣ ਕੀਤਾ, ਇਹਨਾਂ ਦੇ ਨਾਲ ਸੰਬੰਧ ਸਨ ਸਰੀਰਕ। ਤੇ ਉਸ ਤੋਂ ਬਾਅਦ ਜਦੋਂ ਇਹ ਇਲੈਕਸ਼ਨ ਵਿੱਚ ਲੜੇ, ਇਹ ਲੇਡੀਜ਼ ਨੇ ਬਾਹਰ ਆ ਕੇ, ਹੋਰ ਵੀ ਕਈ ਸਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਮੁਆਵਜ਼ਾ ਮੰਗਦੇ ਹਾਂ ਇਹਨਾਂ ਕੋਲੋਂ। ਸੋ ਇਹ ਗੱਲ ਨੂੰ ਦਬਾ ਦਿੱਤਾ ਗਿਆ। ਹੁਣ ਮੁੜ ਤੋਂ ਗੱਲ ਉਭਰੀ ਹੈਗੀ ਏ। ਸੋ ਮੰਗਲਵਾਰ ਨੂੰ ਪਤਾ ਲੱਗੇਗਾ ਜੀ ਕਿ ਕਿਸ ਪਾਸੇ ਨੂੰ ਇਹ ਡਾਇਰੈਕਸ਼ਨ ਜਾਂਦੀ ਹੈ, ਕੋਰਟ ਕੀ ਇਹਨਾਂ ਤੋਂ ਮੰਗ ਕਰਦੀ ਹੈ, ਕੀ ਇਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ, ਜਾਂ ਵੈਸੇ ਹੀ ਕਹਿੰਦੇ ਨੇ ਜੀ ਹੱਥ 'ਤੇ ਛੋਟਾ ਜਿਹਾ ਮਾਰ ਕੇ ਸੱਟ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਇਹ ਸਮਾਂ ਹੀ ਦੱਸੇਗਾ, ਲੇਕਿਨ ਇਹ ਕਾਫੀ ਵੱਡੀ ਇੱਕ ਚੀਜ਼ ਹੈਗੀ ਹੈ। ਬਟ ਅਗੇਨ ਅਮਰੀਕਨ ਕਲਚਰ ਦੇ ਵਿੱਚ ਇਹ ਕੋਈ ਬਹੁਤੀ ਵੱਡੀ ਗੱਲ ਮੰਨੀ ਨਹੀਂ ਜਾਂਦੀ। ਈਵਨ ਤੁਹਾਨੂੰ ਪਤਾ ਹੈ ਹਿਲਰੀ ਕਲਿੰਟਨ ਜਿਹੜੇ ਉਹਨਾਂ ਦੇ ਰਾਸ਼ਟਰਪਤੀ, ਉਹਨਾਂ ਦੇ ਹਸਬੈਂਡ ਸਨ ਪ੍ਰੈਜ਼ੀਡੈਂਟ ਕਲਿੰਟਨ, ਉਹਨਾਂ ਦੇ ਉੱਤੇ ਵੀ ਦੋਸ਼ ਲੱਗਾ ਸੀ। ਮੋਨਿਕਾ ਲਿਵਿੰਸਕੀ ਇੱਕ ਇੰਟਰਨ ਹੈਗੀ ਸੀ ਜਿਹੜੀ ਕੰਮ ਕਰਿਆ ਕਰਦੀ ਸੀ ਰਾਸ਼ਟਰਪਤੀ ਭਵਨ ਦੇ ਵਿੱਚ, ਉੱਥੇ ਉਸ ਦੇ ਉੱਤੇ ਵੀ ਦੋਸ਼ ਲਾਇਆ ਉਸਨੇ ਕਿ ਮੇਰਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈਗਾ। ਉਹ ਵੀ ਗੱਲ ਠੱਪ ਗਈ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਵੀ ਬਣੇ ਸਨ ਪ੍ਰੈਜ਼ੀਡੈਂਟ ਕਲਿੰਟਨ। ਬਟ ਹੁਣ ਕਿਉਂਕਿ ਇਸ ਸਮੇਂ ਡੈਮੋਕ੍ਰੇਟਸ ਦੀ ਕੋਈ ਬਹੁਤੀ ਹਾਲਾਤ ਚੰਗੇ ਨਹੀਂ ਅਮਰੀਕਾ ਦੇ ਵਿੱਚ, ਲੋਕ ਇੱਕ ਚੇਂਜ ਚਾਹੁੰਦੇ ਨੇ। ਕਿਹਾ ਜਾ ਰਿਹਾ ਕਿ ਇਸ ਨਾਲ ਇੱਕ ਮੁੜ ਤੋਂ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਬੂਸਟ ਮਿਲੇਗੀ ਤੇ ਉਹਨਾਂ ਦਾ ਜੋ ਸਪੋਰਟ ਬੇਸ ਹੈ ਹੋਰ ਵਾਈਡ ਹੋ ਜਾਏਗਾ। ਐਂਡ ਐਜ਼ ਫਾਰ ਐਜ਼ ਦ ਕੇਸ ਇਜ਼ ਕੰਸਰਨਡ, ਇਸ ਬਾਰੇ ਤਾਂ ਹੁਣ ਜੀ ਸਾਨੂੰ ਮੰਗਲਵਾਰ ਤੋਂ ਬਾਅਦ ਹੀ ਪਤਾ ਚੱਲੇਗਾ। ਲੇਕਿਨ ਦੂਸਰੇ ਪਾਸੇ ਜਦੋਂ ਕੈਨੇਡਾ ਦੇ ਉੱਤੇ ਇਸ ਦੇ ਪ੍ਰਭਾਵ ਦੀ ਅਸੀਂ ਗੱਲ ਕਰਨੇ ਆ, ਮੇਰਾ ਨਹੀਂ ਸਮਝਣਾ ਕਿ ਇਸ ਦਾ ਕੋਈ ਪ੍ਰਭਾਵ ਕੈਨੇਡੀਅਨ ਪੋਲੀਟਿਕਸ ਉੱਤੇ ਪਏਗਾ, ਕਿਉਂਕਿ ਕੈਨੇਡੀਅਨ ਪੋਲੀਟਿਕਸ ਦਾ ਸਿਸਟਮ ਫੰਕਸ਼ਨਿੰਗ ਡਿਫਰੈਂਟ ਹੈਗੀ ਹੈ ਐਜ਼ ਕੰਪੇਅਰ ਟੂ ਅਮਰੀਕਾ। ਬਟ ਆਫ ਕੋਰਸ ਦੁਨੀਆ ਭਰ ਦੇ ਵਿੱਚ ਵੀ ਜਿੱਥੇ ਵੀ ਕੋਈ ਸਿਆਸਤਦਾਨ ਹੈ, ਜਦੋਂ ਉਸ ਦੇ ਉੱਤੇ ਕੋਈ ਐਸਾ ਦੋਸ਼ ਲੱਗਦਾ, ਮੋਰੈਲਿਟੀ ਦੀ ਗੱਲਾਂ ਹੁੰਦੀਆਂ ਨੇ ਕਿ ਮੋਰਲ ਗਰਾਊਂਡਸ ਉੱਤੇ ਇੱਕ ਵਿਅਕਤੀ ਜੋ ਆਪਣੇ ਪਦ ਤੋਂ ਪਿੱਛੇ ਹਟ ਜਾਏ। ਪਰ ਰਾਸ਼ਟਰਪਤੀ ਟਰੰਪ ਤਾਂ ਹੁਣ ਆਫ ਕੋਰਸ ਪ੍ਰੈਜ਼ੀਡੈਂਟ ਨਹੀਂ ਹੈਗੇ, ਸੋ ਕੇਸ ਨੂੰ ਫੇਸ ਕਰਨਗੇ। ਐਂਡ ਲੈਟਸ ਸੀ ਵਾਟ ਕਮਸ ਇਨ ਸਟੋਰ ਫॉर ਹਿਮ। ਜੀ ਬਿਲਕੁਲ, ਜਿੱਦਾਂ ਤੁਸੀਂ ਹਰਪ੍ਰੀਤ ਜੀ ਕਿਹਾ ਹੈ ਕਿ ਅਮਰੀਕਨ ਕਲਚਰ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਨੂੰ ਬਹੁਤ ਵੱਡਾ ਨਹੀਂ ਮੰਨਿਆ ਜਾਂਦਾ, ਤੇ ਕੋਈ ਮੈਨੂੰ ਲੱਗਦਾ ਕਾਨੂੰਨ ਦੇ ਵਿੱਚ ਵੀ ਉੱਦਾਂ ਦਾ ਰੂਲ ਨਹੀਂ ਹੈ ਕਿ ਜੇ ਉਹ ਇੰਪ੍ਰਿਜ਼ਨਮੈਂਟ ਵੀ ਹੋ ਜਾਂਦੀ ਹੈ, ਉਹਨਾਂ ਦੀ ਜੇਲ੍ਹ ਦੇ ਵਿੱਚ ਵੀ ਚਲੇ ਜਾਂਦੇ ਨੇ, ਤਾਂ ਉਹ ਇਲੈਕਸ਼ਨ ਨਹੀਂ ਲੜ ਸਕਦੇ। ਸੋ ਇੱਦਾਂ ਦਾ ਅਮਰੀਕਾ ਕੌਨਸਟੀਟਿਊਸ਼ਨ ਦੇ ਵਿੱਚ ਹਜੇ ਤੱਕ ਕੁਝ ਦੇਖਣ ਨੂੰ ਨਹੀਂ ਮਿਲਿਆ। ਜਿੱਦਾਂ ਸਟੋਰਮੀ ਡੈਨੀਅਲਸ ਨੇ ਜੋ ਵੀ ਇਲਜ਼ਾਮ ਲਗਾਏ ਸੀ ਇਹਨਾਂ 'ਤੇ, ਉਹਦੇ ਵਿੱਚ ਇਲਜ਼ਾਮ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੂੰਗਾ, ਦਰਸ਼ਕਾਂ ਨੂੰ ਆਪਣਿਆਂ ਨੂੰ, ਕਿ ਇਲਜ਼ਾਮ ਇਹ ਲੱਗੇ ਸੀ ਕਿ ਟਰੰਪ ਨੇ ਆਪਣੇ ਵਕੀਲ ਦੇ ਥਰੂ ਉਹਨਾਂ ਨੂੰ ਚੁੱਪ ਕਰਵਾਉਣ ਲਈ $1,30,000 ਦਿੱਤੇ ਸੀਗੇ। ਸੋ ਇਹ ਇਲਜ਼ਾਮਾਂ ਦੇ ਤਹਿਤ ਟਰੰਪ ਹੁਣ ਟਿਊਜ਼ਡੇ ਨੂੰ ਅਦਾਲਤ ਦੇ ਵਿੱਚ ਜਾਣਗੇ, ਤੇ ਜਿੱਦਾਂ ਹਰਪ੍ਰੀਤ ਜੀ ਨੇ ਦੱਸਿਆ ਹੈ ਕਿ ਅਦਾਲਤ ਉਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਜਾਂ ਸਿਰਫ ਟੱਚ ਕਰਕੇ ਛੱਡ ਦਿੰਦੀ ਹੈ ਕਿ ਭਾਈ ਛੋਟੀ ਮੋਟੀ ਸਜ਼ਾ ਦੇ ਕੇ ਛੱਡ ਜਾਂਦੀ ਹੈ। ਪਰ ਉਹਦਾ
ਟਰੰਪ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੇ ਫਰਕ ਨਹੀਂ ਪਊਗਾ। ਸਿਰਫ ਇੰਨਾ ਫਰਕ ਜ਼ਰੂਰ ਪਊਗਾ ਕਿ ਟਰੰਪ ਥੋੜਾ ਬਿਜ਼ੀ ਹੋ ਜਾਣਗੇ, ਦੂਜੇ ਪਾਸੇ ਉਹਨਾਂ ਦਾ ਧਿਆਨ ਡੇਵੀਏਟ ਜ਼ਰੂਰ ਹੋਊਗਾ। ਉਹਨਾਂ ਦੀ એનર્ਜੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਕੈਂਪੇਨ ਦੇ ਉੱਤੇ ਜ਼ਿਆਦਾ ਲੱਗ ਰਹੀ ਸੀਗੀ, ਉਹ ਹੋਰ ਪਾਸੇ ਵੀ ਉਹਨਾਂ ਦਾ ਧਿਆਨ ਜਾਊਗਾ। ਸੋ ਡਿਸਟਰਬ ਜ਼ਰੂਰ ਹੋਣਗੇ ਜੇ ਉਹਨਾਂ ਨੂੰ ਕੋਈ ਸਜ਼ਾ ਹੁੰਦੀ ਹੈ ਜਾਂ ਜੂਰੀ ਜੋ ਵੀ ਫੈਸਲਾ ਲੈਂਦੀ ਹੈ, ਪਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸ਼ਾਇਦ ਉਹ ਲੜ ਸਕਦੇ ਨੇ। ਤੇ ਇਹਦੇ ਨਾਲ ਹੀ ਹਰਪ੍ਰੀਤ ਜੀ ਇਹ ਵੀ ਲੋਕਾਂ ਨੇ ਸਵਾਲ ਚੁੱਕਿਆ ਸੀ ਕਿ ਪਹਿਲਾਂ ਵੀ ਉਹਨਾਂ ਨੂੰ ਉਹਨਾਂ ਦੇ ਉੱਤੇ ਇਨਕੁਆਇਰੀਆਂ ਬਿਠਾਈਆਂ ਗਈਆਂ ਸੀਗੀਆਂ ਤੇ ਜਦੋਂ ਉਹ ਪ੍ਰੈਜ਼ੀਡੈਂਟ ਹੁੰਦੇ ਸੀ ਤਾਂ ਉਦੋਂ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ 2 ਵਾਰ। ਸੋ ਜੀ ਕਹਿੰਦੇ ਵੀ ਜਿਹਦਾ ਡੰਡਾ ਆ ਤੇ ਉਹਦਾ ਹੀ ਜ਼ੋਰ ਹੈ ਜੀ। ਐਂਡ ਰਵਿੰਦਰ ਜੀ ਇਹਦੇ 'ਚ ਜਿੱਥੇ ਇਹ ਕੇਸ ਹੈ ਕਿ ਬਈ ਇਹ ਲੇਡੀਜ਼ ਨਾਲ ਸੰਬੰਧ ਦੀ ਗੱਲ ਹੈਗੀ, ਉਸ ਤੋਂ ਇਲਾਵਾ ਟੈਕਸ ਅਵੇਜਨ ਦੇ ਉੱਤੇ ਵੀ ਇਹਨਾਂ ਦੇ ਉੱਤੇ ਦੋਸ਼ ਲੱਗੇ ਹੈਗੇ ਨੇ ਐਂਡ ਉਹਦੇ 'ਚੋਂ ਹੀ ਇਹ ਬਾਹਰ ਨਿਕਲੇ। ਉਸ ਤੋਂ ਇਲਾਵਾ ਇੱਕ ਹੋਰ ਲੇਟੈਸਟ ਜਿਹੜਾ ਇਹਨਾਂ 'ਤੇ ਕੇਸ ਚੱਲ ਰਿਹਾ ਜੇ, ਬਲਕਿ ਉਹ ਇਹ ਸੀ ਕਿ ਇਹਨਾਂ ਨੇ ਸੈਂਸਿਟਿਵ ਡਾਕੂਮੈਂਟਸ ਜਿਹੜੇ ਹੈਗੇ ਨੇ ਉਹ ਆਪਣੇ ਘਰ ਦੇ ਵਿੱਚ ਜਿੱਥੇ ਰਹਿੰਦੇ ਹੈਗੇ ਨੇ ਉੱਥੇ ਰੱਖਿਆ ਸੀ, ਉੱਥੇ ਛਾਪੇ ਵੀ ਪਏ ਸੀ ਉੱਥੋਂ ਦੀ FBI ਵੱਲੋਂ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ, ਬਟ ਅਗੇਨ ਜਿਹੜੇ ਉਹਨਾਂ ਦੇ ਕੱਟੜ ਸਪੋਰਟਰ ਹੈਗੇ ਨੇ ਉਹ ਇਹ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਤੇ ਕਈ ਵਾਰ ਅਮਰੀਕਨ ਸਿਆਸਤ ਦੇ ਵਿੱਚ ਇਹ ਚੀਜ਼ਾਂ ਸਾਈਡਲਾਈਨ ਹੋ ਜਾਂਦੀਆਂ ਹੈਗੀਆਂ ਨੇ ਤੇ ਲੋਕ ਜਿਹੜੇ ਹੈਗੇ ਨੇ ਕੁਝ ਹੋਰ ਚੀਜ਼ਾਂ ਨੂੰ ਤਰਜੀਹ ਦੇ ਕੇ ਸਿਆਸਤਦਾਨ ਨੂੰ ਚੁਣ ਲੈਂਦੇ ਹੈਗੇ ਨੇ ਜੀ। ਹਰਪ੍ਰੀਤ ਜੀ ਇੱਕ CTV ਦਾ ਐਨਾਲਾਈਸਿਸ ਰਿਪੋਰਟ ਹੈ ਕਿ ਪੀਅਰ ਪੋਲੀਵਰ ਸਰਪਾਸ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਅਗਲੇ ਪ੍ਰਾਈਮ ਮਿਨਿਸਟਰ ਦੇ ਇਲੈਕਸ਼ਨ ਦੇ ਲਈ। ਉਹਦੇ ਬਾਰੇ ਸਾਨੂੰ ਦੱਸਿਓ ਜੀ ਰੀਜ਼ਨ ਕੀ ਬਣ ਰਹੇ ਨੇ ਤੇ ਟਰੂਡੋ ਤਾਂ ਆਪਣੇ ਆਪ 'ਚ ਬੜੇ ਮਸ਼ਹੂਰ ਸ਼ਖਸੀਅਤ ਨੇ ਜੀ। ਜੀ ਬਿਲਕੁਲ ਜੀ, ਇਹ ਪਹਿਲੀ ਵਾਰ ਹੋਇਆ ਕਿ ਨੈਨੋਸ ਜਿਹੜੀ ਇੱਕ ਪੋਲਿੰਗ ਕੰਪਨੀ ਹੈਗੀ ਕੈਨੇਡਾ ਦੇ ਵਿੱਚ ਜਿਹੜੀ ਕਿ ਹਰ ਹਫਤੇ ਪੋਲਿੰਗ ਕਰਦੀ ਹੈ ਲੋਕਾਂ ਨਾਲ ਫੋਨਸ ਕਰਕੇ ਜਾਂ ਹੋਰ ਸਰਵੇਸ ਕਰਕੇ ਇਹ ਅੰਦਾਜ਼ਾ ਲਾਉਂਦੀ ਹੈ ਕਿ ਕਿਹੜੀ ਪੋਲੀਟੀਕਲ ਪਾਰਟੀ ਸਟਰੋਂਗ ਜਾ ਰਹੀ ਹੈ ਐਸ ਕੰਪੇਅਰ ਟੂ ਅਦਰ ਪਾਰਟੀ। ਉਹਨਾਂ ਨੇ ਇਹ ਰਿਪੋਰਟ ਕੱਢੀ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਪੀਅਰ ਪੋਲੀਵੇਅਰ ਜੋ ਹਨ ਉਹ 28.5% ਤੇ ਪਹੁੰਚੇ। ਉਹਨਾਂ ਦੀ ਸਪੋਰਟ ਬੇਸ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਫॉर ਪ੍ਰਾਈਮ ਮਿਨਿਸਟਰ ਉਹ ਵਧੀ ਹੈਗੀ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਕਿ ਹਰਮਨ ਪਿਆਰੇ ਮੰਨੇ ਜਾਂਦੇ ਸੀ ਉਹ 25% ਤੇ ਆ ਗਏ ਹੈਗੇ ਨੇ। ਹੁਣ ਹੋ ਕੀ ਰਿਹਾ ਕਿ ਕੈਨੇਡਾ ਦੇ ਵਿੱਚ ਨਾ ਬੜੇ ਵੱਡੇ ਲੈਵਲ ਦੇ ਉੱਤੇ ਲੋਕਾਂ ਦੇ ਵਿੱਚ ਤਰਥੱਲੀ ਮਚੀ ਪਈ ਹੈ। ਇੱਕ ਤਾਂ ਇਨਫਲੇਸ਼ਨ ਨੂੰ ਲੈ ਕੇ ਹੈਗੀ ਹੈ, ਦੂਸਰੀ ਜੌਬਸ ਦਾ ਹੈਗਾ, ਤੀਸਰਾ ਜਿਸ ਤਰੀਕੇ ਨਾਲ ਹੈਂਡਲ ਕੀਤਾ ਜਾ ਰਿਹਾ ਹੈ ਸਿਚੁਏਸ਼ਨ ਨੂੰ, ਪ੍ਰੋਬਲਮਸ ਨੂੰ। ਹੁਣ ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰ ਲੈਂਦੇ ਹਾਂ, ਅਸੀਂ ਕਈ ਵਾਰ ਪਹਿਲਾਂ ਵੀ ਇਹਨਾਂ ਪ੍ਰੋਗਰਾਮਸ 'ਚ ਗੱਲਬਾਤ ਕਰ ਚੁੱਕੇ ਹਾਂ ਕਿ ਜਿੱਥੇ ਪ੍ਰਧਾਨ ਮੰਤਰੀ ਨੇ ਇਹ ਤਾਂ ਅਨਾਊਂਸ ਕਰ ਦਿੱਤਾ ਕਿ ਮੈਂ 5 ਲੱਖ ਬੰਦੇ ਲਿਆਵਾਂਗਾ, ਪਰ ਇੱਥੇ ਲਿਆ ਕੇ ਉਹ ਕੀ ਕਰਨਗੇ, ਕਿਸ ਤਰੀਕੇ ਨਾਲ ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਹੈਗੀ। ਫਿਰ ਗੱਲ ਆ ਜਾਂਦੀ ਹੈ ਜੀ ਦੇਸ਼ ਦੀ ਇਕੋਨਮੀ ਦੀ ਗੱਲ ਆ ਜਾਂਦੀ ਹੈ। ਇਕੋਨਮੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਇਨਫਲੇਸ਼ਨ ਅਜੇ ਵੀ ਕਾਫੀ ਉੱਤੀ ਜਾ ਰਹੀ ਹੈਗੀ ਹੈ। ਹਾਊਸਿੰਗ ਦੀ ਮਾਰਕੀਟ ਜਿਹੜੀ ਬਹੁਤ ਡਾਊਨ ਹੈਗੀ ਹੈ, ਜੌਬਸ ਜਿਹੜੇ ਨੇ ਲੋਕਾਂ ਨੂੰ ਮਿਲ ਨਹੀਂ ਰਹੇ ਹੈਗੇ। ਸੋ ਇਹ ਸਾਰੇ ਕੰਡੀਸ਼ਨਸ ਜਿਹੜੇ ਹੈਗੇ ਨੇ ਇਹ ਇੱਕ এনवायरमेंट ਕ੍ਰੀਏਟ ਕਰ ਰਹੇ ਨੇ ਜਿਹਦੇ 'ਚ ਕਿ ਜਿਹੜੀ ਮਕਬੂਲਤਾ ਹੈਗੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥੱਲੇ ਨੂੰ ਜਾ ਰਹੀ ਹੈਗੀ ਹੈ। ਐਂਡ ਓਵਰਆਲ 3 ਟਰਮਸ ਹੋ ਚੁੱਕੀਆਂ ਜੀ। ਕੈਨੇਡੀਅਨ ਇਤਿਹਾਸ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਕੋਈ ਵੀ ਪ੍ਰਧਾਨ ਮੰਤਰੀ 3 ਟਰਮਸ ਤੋਂ ਵੱਧ ਨਹੀਂ ਰਿਹਾ ਹੈਗਾ। ਇਲੈਕਸ਼ਨਸ ਭਾਵੇਂ ਅਜੇ 2025 ਵਿੱਚ ਹੋਣੀਆਂ ਹੈਗੀਆਂ ਨੇ, ਅਜੇ 2 ਸਾਲ ਦਾ ਸਮਾਂ ਬਾਕੀ ਹੈਗਾ, ਲੇਕਿਨ ਗਰਾਊਂਡਸ ਜਿਹੜੇ ਇਸ ਸਮੇਂ ਹੈਗੇ ਨੇ ਜੇ ਅੱਜ ਇਲੈਕਸ਼ਨ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਇਸ ਨੈਨੋਸ ਪੋਲ ਦੇ ਅਨੁਸਾਰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾ ਸਕਦੀ ਹੈਗੀ ਹੈ। ਪਰ ਅਜੇ 2 ਸਾਲ ਦਾ ਸਮਾਂ ਹੈਗਾ ਜੀ। 2 ਸਾਲਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ। ਲੋਕਾਂ ਨੂੰ ਜਿਹੜੇ ਲੋਨਸ ਦਿੱਤੇ ਗਏ ਸਨ ਪੈਂਡੇਮਿਕ ਦੇ ਵਿੱਚ ਉਹ ਵੀ ਹੁਣ ਵਾਪਸ ਲਏ ਜਾ ਰਹੇ ਨੇ। ਕਈਆਂ ਨੂੰ ਚਿੱਠੀਆਂ ਆ ਰਹੀਆਂ ਨੇ, ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਸੀ ਉਹਨਾਂ ਨੂੰ ਪੈਸੇ ਦਿੱਤੇ ਗਏ। ਕਈ ਵੱਡੀ ਕੰਪਨੀਆਂ ਜਿਹੜੀਆਂ ਕਿ ਬਿਲੀਅਨਸ ਆਫ ਡਾਲਰਸ ਪ੍ਰੋਫਿਟ ਵਿੱਚ ਸ਼ੋਅ ਕਰ ਰਹੀਆਂ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਗਈ। ਸੋ ਇਹ ਸਾਰੀ ਮਿਸਮੈਨੇਜਮੈਂਟ ਜਿਹੜੀ ਹੈਗੀ ਹੈ ਇਸ ਦੇ ਉੱਤੇ ਲੋਕ ਚਿੰਤਤ ਨੇ। ਤੇ ਅਗੇਨ ਜਿਹੜਾ ਅੱਜ ਵੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਰੀਅਲ ਏਸਟੇਟ ਦੇ ਸੰਬੰਧ ਵਿੱਚ ਪਹਿਲਾਂ ਅਨਾਊਂਸਮੈਂਟ ਕਰਤੀ ਕਿ ਜੀ ਫੋਰਨ ਬਾਇਰਸ ਇੱਥੇ ਲੈ ਨਹੀਂ ਸਕਦੇ ਤੇ ਕੁਝ ਦੇਰ ਬਾਅਦ ਨਵੀਂ ਅਨਾਊਂਸਮੈਂਟ ਆ ਗਈ। ਸੋ ਕਿਤੇ ਵੀ ਸਥਿਰ ਜਿਹੜਾ ਸਾਊਂਡ ਜਿਹਨੂੰ ਕਹਿੰਦੇ ਨੇ ਡਿਸੀਜਨ ਮੇਕਿੰਗ ਉਹ ਸਾਹਮਣੇ ਨਹੀਂ ਆ ਰਹੀ। ਅੰਤਰਰਾਸ਼ਟਰੀ ਪੱਧਰ ਤੇ ਅਸੀਂ ਦੇਖਦੇ ਹਾਂ ਚਾਈਨਾ ਨਾਲ ਦੇਖ ਲਓ ਕਿਸ ਤਰੀਕੇ ਨਾਲ ਸੰਬੰਧ ਬਣੇ ਹੋਏ ਨੇ ਕੈਨੇਡਾ ਦੇ। ਚਾਈਨਾ ਦੇ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਨੇ ਇੱਕ ਤਰ੍ਹਾਂ ਦੀ ਖਿਚਾਈ ਕੀਤੀ ਇੱਕ ਇੰਟਰਨੈਸ਼ਨਲ ਮੰਚ ਦੇ ਉੱਤੇ ਪ੍ਰਧਾਨ ਮੰਤਰੀ ਦੀ ਤੋਂ ਚੁੱਪ ਬੈਠੇ ਰਹੇ। ਕੈਨੇਡਾ ਦੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਜੀ ਚਾਈਨਾ ਦੀ ਪੋਲੀਟੀਕਲ ਇੰਟਰਫੇਰੈਂਸ ਕੈਨੇਡਾ ਵਿੱਚ ਵੱਧ ਰਹੀ ਹੈਗੀ ਏ। ਸੋ ਇਹ ਸਾਰੀਆਂ ਚੀਜ਼ਾਂ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਡੋਮੈਸਟਿਕ ਲੈਵਲ ਦੇ ਉੱਤੇ ਵੀ ਜਿਹੜੇ ਹੈਗੇ ਹੈ ਲੋਕ ਸਮਝ ਰਹੇ ਨੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਫੇਲ ਹੋ ਰਹੇ ਨੇ ਤੇ ਇੱਕ ਨਵੀਂ ਪਾਰਟੀ ਨੂੰ ਤੇ ਨਵੇਂ ਲੀਡਰ ਨੂੰ ਚਾਂਸ ਦੇਣ ਦਾ ਮੌਕਾ ਜਿਹੜਾ ਦੇਣਾ ਚਾਹੀਦਾ ਹੈਗਾ। ਜੀ ਬਿਲਕੁਲ, ਜਿੱਦਾਂ ਤੁਸੀਂ ਹਰਪ੍ਰੀਤ ਜੀ ਦੱਸਿਆ ਬਹੁਤ ਸਾਰੇ ਸਟੂਡੈਂਟਸ ਪਰੇਸ਼ਾਨ ਨੇ। ਉਹਨਾਂ ਦੀ ਜਿਹੜੀ ਸੈਲਰੀ ਹੈ ਐਕਸਪਲੋਇਟ ਹੁੰਦੇ ਨੇ। ਬਹੁਤ ਰੌਲਾ ਹੈਗਾ ਇੱਥੇ ਸਮਾਜ ਦੇ ਵਿੱਚ ਤੇ ਇਹ ਵੀ ਪ੍ਰਚਾਰ ਹੋ ਰਿਹਾ ਆ ਕਿ ਕੈਨੇਡਾ ਹੁਣ ਉਹ ਕੰਟਰੀ ਨਹੀਂ ਰਿਹਾ ਜਿੱਥੇ ਦੇ ਲੋਕ ਸੁਪਨੇ ਲੈਂਦੇ ਸੀਗੇ
ਜਿਹੜੇ 700 ਸਟੂਡੈਂਟ ਭਾਰਤ ਵਾਪਸ ਭੇਜਣ ਦੀ ਗੱਲ ਕੀਤੀ ਹੈ। ਤਕਰੀਬਨ 10 ਮਿਲੀਅਨ ਉਹਨਾਂ ਤੋਂ ਡਾਲਰ ਲੈ ਕੇ ਕੈਨੇਡੀਅਨ ਸਰਕਾਰ ਨੇ, ਪਲੱਸ ਉਸ ਤੋਂ ਬਾਅਦ ਜੋ ਕੁਝ ਉਹਨਾਂ ਤੋਂ ਕੰਮ ਲਿਆ ਆ ਸਾਲ, 1.5 ਸਾਲ, 2 ਸਾਲ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦੇਣਾ। ਯਾਨੀ ਕਿ ਲੀਗਲ ਤਰੀਕੇ ਨਾਲ ਇਹਨੂੰ ਅਸੀਂ ਠੱਗੀ ਵੀ ਕਹਿ ਸਕਦੇ ਹਾਂ ਜੀ। ਜੇ ਕੋਈ ਉਹਦੇ ਵਿੱਚ ਫਰਾਡ ਲੈਟਰ ਆਇਆ ਹੈ ਜਾਂ ਆਫਰ ਲੈਟਰ ਆਇਆ, ਉਹਨੂੰ ਜ਼ਰੂਰ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਸੀਗਾ। ਐਡੀ ਵੱਡੀ ਠੱਗੀ ਜਿਹੜੀ ਆ, ਕਾਲਜਾਂ ਕੋਲੇ ਪੈਸਾ ਚਲਾ ਗਿਆ, ਸਰਕਾਰਾਂ ਕੋਲੇ ਚਲਾ ਗਿਆ, ਲਿਵਿੰਗ ਕਾਸਟ ਤੁਸੀਂ ਲਾ ਲਓ ਤਾਂ ਮੈਨੂੰ ਲੱਗਦਾ ਆ ਕਿ ਇਹ 20 ਮਿਲੀਅਨ ਦੇ ਕਰੀਬ ਹੋ ਜਾਂਦੀ ਹੈ। ਸੋ ਸਰਕਾਰਾਂ ਨੂੰ ਪਹਿਲਾਂ ਮੈਨੂੰ ਲੱਗਦਾ ਹੈ ਕਿ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ, ਫਿਰ ਇਮੀਗ੍ਰੈਂਟਸ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਵਸਾਉਣ ਦੀ ਗੱਲ ਕੀਤੀ ਜਾਏ। ਹਾਊਸਿੰਗ ਸਟਰਕਚਰ ਤੁਹਾਡੇ ਲਈ ਹੈਗਾ, ਇਹਦੇ ਤੋਂ ਬਾਅਦ ਅਸੀਂ ਸਕੂਲਿੰਗ ਤੁਹਾਡੇ ਲਈ, ਹਾਲਾਂਕਿ ਸਕੂਲਿੰਗ ਯੂਨੀਵਰਸਿਟੀਜ਼ ਉਹ ਬੜਾ ਈਜ਼ੀ ਐਕਸੈਸ ਹੈ ਜੀ ਇੱਥੇ, ਪਰ ਹਾਊਸਿੰਗ ਸਭ ਤੋਂ ਵੱਡੀ ਪ੍ਰੋਬਲਮ ਹੈ ਇਮੀਗ੍ਰੈਂਟਸ ਲਈ, ਜਾਂ ਬਿਜ਼ਨਸ ਖਰੀਦਣੇ ਵੱਡੀ ਪ੍ਰੋਬਲਮ ਹੈ ਜੀ ਇਮੀਗ੍ਰੈਂਟਸ ਦੇ ਲਈ। ਐਬਸੋਲੂਟਲੀ ਜੀ ਰਵਿੰਦਰ ਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਇੱਕ ਬੱਚੇ ਦਾ ਕੀ ਕਸੂਰ ਇਸ ਦੇ ਵਿੱਚ ਕਿ ਉਸਨੇ ਪੈਸੇ ਦਿੱਤੇ ਇੱਕ ਏਜੰਟ ਨੂੰ, ਤੇ ਉਸ ਤੋਂ ਬਾਅਦ ਇੱਕ ਆਫਰ ਲੈਟਰ ਉਸ ਨੂੰ ਦੇ ਦਿੱਤੀ ਜਾਂਦੀ ਹੈ। ਜਦੋਂ ਇਹ ਆਫਰ ਲੈਟਰ ਆਈ ਸੀ, ਜਿਹੜਾ ਵੀ ਉੱਥੇ ਅਫਸਰ ਬੈਠਾ ਸੀ ਉਹਦਾ ਫਰਜ਼ ਬਣਦਾ ਸੀ ਕਿ ਉਸ ਦੀ ਤਹਿਕੀਕਾਤ ਕਰੇ। ਚਲੋ ਉੱਥੇ ਤਹਿਕੀਕਾਤ ਨਹੀਂ ਹੋ ਸਕੀ ਜਾਂ ਉੱਥੇ ਕੁਝ ਗੜਬੜ ਹੋਈ, ਇਸ ਦੇ ਬਾਰੇ ਅਗੇਨ ਅਸੀਂ ਕੁਝ ਨਹੀਂ ਕਹਿ ਸਕਦੇ, ਲੇਕਿਨ ਉਸ ਤੋਂ ਬਾਅਦ 2-3 ਸਾਲਾਂ ਬਾਅਦ ਜਾ ਕੇ ਇਹ ਚੀਜ਼ ਬਾਹਰ ਆਣੀ ਤੇ ਦੋਸ਼ੀ ਠਹਿਰਾ ਦੇਣਾ ਨੌਜਵਾਨਾਂ ਨੂੰ, ਬੱਚਿਆਂ ਨੂੰ, ਮੈਂ ਸਮਝਦਾ ਸਰਾਸਰ ਗਲਤ ਹੈ। ਇਹ ਸਰਕਾਰ ਦੀ ਫੇਲੀਅਰ ਹੈਗੀ ਬਹੁਤ ਵੱਡੀ ਕਿ ਤੁਹਾਡੇ ਕੋਲ ਕੀ ਇਨਫਰਾਸਟ੍ਰਕਚਰ ਨਹੀਂ ਹੈਗਾ ਕਿ ਤੁਸੀਂ ਈਵਨ ਇੱਕ ਲੈਟਰ ਨਹੀਂ ਵੈਰੀਫਾਈ ਕਰ ਸਕਦੇ। ਤੁਸੀਂ ਇੱਕ ਕਾਗਜ਼ ਦੇ ਆਧਾਰ ਦੇ ਉੱਤੇ ਇੱਕ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ ਤਾਂ ਉਸ ਤੋਂ ਬਾਅਦ ਉਹ ਪੜ੍ਹ ਵੀ ਜਾਂਦਾ, 2-3 ਸਾਲ ਵੀ ਸਮਾਂ ਬਿਤਾ ਲੈਂਦਾ, ਤੇ ਫਿਰ ਤੁਹਾਨੂੰ ਯਾਦ ਆਉਂਦਾ ਕਿ ਜੀ ਇਹ ਗਲਤ ਲੈਟਰ ਹੈਗੀ ਸੀ। ਕਿਹੜੇ ਗਰਾਊਂਡਸ ਜਿਹੜੇ ਤੁਹਾਨੂੰ ਪਤਾ ਲੱਗੇ ਜਿਹਦੇ ਕਾਰਨ ਤੁਸੀਂ ਕਹਿੰਦੇ ਹੋ ਕਿ ਆਫਰ ਲੈਟਰ ਫੇਕ ਹੈਗੀ ਸੀ, ਜਾਂ ਤਾਂ ਇਸ ਦੇ ਬਾਰੇ ਲੋਕਾਂ ਨੂੰ ਦੱਸੋ ਕਿੱਥੇ ਫੇਲੀਅਰ ਹੋਇਆ ਤੁਹਾਡਾ, ਬਜਾਏ ਕਿ ਆਪਣੇ ਫੇਲੀਅਰ ਨੂੰ ਬਾਹਰ ਕੱਢ ਕੇ ਉਸ ਨੂੰ ਠੀਕ ਕਰਨ ਦੀ ਬਜਾਏ ਤੁਸੀਂ ਇਹ ਦੋਸ਼ ਸਾਰੇ ਦਾ ਸਾਰਾ ਬੱਚਿਆਂ 'ਤੇ ਪਾ ਰਹੇ ਹੈਗੇ ਹੋ। ਇਹ ਠੀਕ ਨਹੀਂ ਹੈਗਾ। ਸੋ ਇਹ ਮਿਸਮੈਨੇਜਮੈਂਟ ਜਿਹੜੀ ਹੈ ਸਰਕਾਰ ਦੀ, ਇਹ ਬੰਦ ਹੋਣੀ ਚਾਹੀਦੀ ਹੈ। ਐਂਡ ਯੈਸ, ਇਮੀਗ੍ਰੈਂਟਸ ਇੱਥੇ ਲਿਆਓ ਜੀ, ਸਦਕੇ ਇੱਥੇ ਇਮੀਗ੍ਰੈਂਟਸ ਆਉਣ, ਪਰ ਇਹ ਨਾ ਹੋਏ ਕਿ ਇਮੀਗ੍ਰੈਂਟਸ ਨੂੰ ਲਿਆ ਕੇ ਤੁਸੀਂ ਇੱਥੇ ਧੱਕ ਦਿਓ। ਤੁਹਾਡਾ ਸਿਸਟਮ ਹੀ ਗਲਤ ਹੈਗਾ ਕਿ ਤੁਸੀਂ ਇੰਡੀਆ ਤੋਂ ਤੇ ਜਾਂ ਹੋਰ ਕਿਸੇ ਮੁਲਕ ਤੋਂ ਬੱਚਿਆਂ ਨੂੰ ਇੱਥੇ ਲਿਆ ਰਹੇ ਹੋ ਜਾਂ ਪੜ੍ਹੇ ਲਿਖਿਆਂ ਨੂੰ ਲਿਆ ਰਹੇ ਹੋ ਔਨ ਦਾ ਬੇਸਿਸ ਆਫ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈਗੀ ਹੈ, ਪੁਆਇੰਟ ਸਿਸਟਮ 'ਤੇ। ਕਿਹੜੇ ਤੁਸੀਂ ਫੀਲਡ ਦੇ ਵਿੱਚ ਕੰਮ ਕਰਦੇ ਸੀ ਉਹਦੇ ਆਧਾਰ 'ਤੇ ਤੁਹਾਨੂੰ ਪੁਆਇੰਟਸ ਮਿਲਦੇ ਨੇ, ਤੇ ਇੱਥੇ ਆ ਕੇ ਤੁਹਾਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਕਿ ਜੀ ਸਾਰੇ ਨਾਲ ਹੀ ਤੁਸੀਂ ਬਸ ਹੁਣ ਸਵਿਮਿੰਗ ਕਰੋ। ਇਹ ਬਿਲਕੁਲ ਜਸਟੀਫਾਈਡ ਨਹੀਂ ਹੈਗੀ। ਜੇਕਰ ਤੁਸੀਂ ਕਿਸੇ ਗਰਾਊਂਡ ਦੇ ਉੱਤੇ ਪੁਆਇੰਟਸ ਦੇ ਕੇ ਬੰਦਿਆਂ ਨੂੰ ਇੱਥੇ ਲਿਆ ਰਹੇ ਹੋ ਕਿ ਜੀ ਉਹਨਾਂ ਕੋਲ ਕੈਪੈਸਿਟੀ ਹੈਗੀ ਹੈ, ਉਹਨਾਂ ਕੋਲ ਟੈਲੈਂਟ ਹੈਗਾ, ਉਸ ਦਾ ਸਹੀ ਇਸਤੇਮਾਲ ਇੱਥੇ ਹੋਣਾ ਚਾਹੀਦਾ, ਨਾ ਕਿ ਉਸ ਨੂੰ ਇੱਕ ਜਨਰਲ ਲੈਵਲ 'ਤੇ ਸੁੱਟ ਦਿੱਤਾ ਜਾਏ। ਇੱਕ ਹੋਰ ਟ੍ਰੈਂਡ ਜਿਹੜਾ ਨਵਾਂ ਨਜ਼ਰ ਆ ਰਿਹਾ ਜੀ, ਹੁਣ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਰਹੇ ਨੇ ਉਹ ਕੈਨੇਡਾ ਨੂੰ ਛੱਡ ਕੇ ਵਾਪਸ ਵੀ ਜਾ ਰਹੇ ਨੇ, ਜਿਹਦੇ 'ਚ ਕਿ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹੈ ਜਿਹਦੇ 'ਚ ਕਿ ਲੋਕ ਇੱਥੇ ਰਹਿ ਚੁੱਕੇ ਨੇ ਸਾਲ, 2-2, 3-3 ਸਾਲ, ਅਤੇ ਉਹ ਹੁਣ ਮੁੜ ਜਾ ਕੇ ਵੀਡੀਓਜ਼ ਬਣਾ ਕੇ ਦੱਸ ਰਹੇ ਨੇ ਕਿ ਅਸਲ ਵਿੱਚ ਕੈਨੇਡਾ ਦੀ ਹਕੀਕਤ ਕੀ ਹੈਗੀ ਹੈ। ਸੋ ਕਿਹਾ ਜਾਂਦਾ ਜੀ, ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦਾ ਅਦਰ ਸਾਈਡ। ਇੰਡੀਆ 'ਚ ਬੈਠੇ ਸਾਨੂੰ ਸ਼ਾਇਦ ਇੱਥੇ ਹਰਿਆਵਲੀ ਨਜ਼ਰ ਆਉਂਦੀ ਹੈਗੀ ਹੈ, ਲੇਕਿਨ ਹਕੀਕਤ ਕੁਝ ਹੋਰ ਹੈ। ਤਹਿਕੀਕਾਤ ਕਰੋ, ਪੂਰਾ ਛਾਣਬੀਨ ਕਰੋ, ਤੇ ਉਸ ਤੋਂ ਬਾਅਦ ਫੈਸਲਾ ਕਰੋ ਕਿ ਤੁਸੀਂ ਇੱਥੇ ਆ ਕੇ ਕੀ ਕਰਨਾ ਹੈ ਤੇ ਕੀ ਇੱਥੋਂ ਦੀ ਸਿਚੁਏਸ਼ਨ ਜੋ ਹੈ ਸਿਰਫ ਜੋ ਚਮਕ ਦਮਕ ਦਿਖਾਈ ਜਾਂਦੀ ਹੈ ਉਹੀ ਹਕੀਕਤ ਹੈ ਜਾਂ ਰਿਐਲਿਟੀ ਕੁਝ ਹੋਰ ਹੈਗੀ ਹੈ। ਸੋ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਸਰਕਾਰ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਹੋਰ ਓਪਨ ਕਰਨਾ ਚਾਹੀਦਾ ਹੈ। ਜਿਹੜਾ ਵੀ ਲੋਕ ਕੋਈ ਨਿਰਣਾ ਕਰਨ ਇੱਥੇ ਆਉਣ ਲਈ, ਉਹਨਾਂ ਨੂੰ ਪਤਾ ਹੋਵੇ ਕਿ ਉੱਥੇ ਜਾ ਕੇ ਉਹਨਾਂ ਨੇ ਕਿਹੜੀ ਸਿਚੁਏਸ਼ਨ 'ਚੋਂ ਲੰਘਣਾ ਪਏਗਾ। ਇਸੇ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਕੁਝ ਰਿਪੋਰਟਸ ਆ ਰਹੀਆਂ ਨੇ ਕਿ ਨੌਜਵਾਨ ਵੀ, ਕਈ ਪੜ੍ਹੇ ਲਿਖੇ ਲੋਕ ਜਿਹੜੇ ਇੱਥੇ ਸੈਟਲ ਹੋ ਗਏ ਸਨ, 4-5 ਸਾਲ ਰਹਿ ਚੁੱਕੇ ਨੇ, ਉਹ ਵਾਪਸ ਆਪਣੇ ਮੁਲਕਾਂ ਨੂੰ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਫਿਊਚਰ ਜਿਹੜਾ ਹੈ ਉਹ ਹੁਣ ਠੀਕ ਨਹੀਂ ਹੈਗਾ। ਆਸਟ੍ਰੇਲੀਆ ਮੁੜ ਤੋਂ ਹੁਣ ਜਿਹੜਾ ਹੈਗਾ ਜ਼ਿਆਦਾ ਹਰਮਨ ਪਿਆਰਾ ਹੋ ਰਿਹਾ ਕੈਨੇਡਾ ਨਾਲੋਂ। ਹਰਪ੍ਰੀਤ ਜੀ, ਖੋਰ ਇੱਥੇ ਟ੍ਰੈਂਡ ਜਿਹੜਾ ਲੰਮੇ ਸਮੇਂ ਤੋਂ ਚੱਲ ਰਿਹਾ ਉਹ ਇਹ ਹੈ ਕਿ ਜਿਹੜੇ ਇੱਥੇ ਦੇ ਬੌਰਨ ਐਂਡ ਬ੍ਰੌਟ ਅਪ ਸੀਗੇ ਜਾਂ ਇੱਥੇ ਦੇ ਵਿਦਿਆਰਥੀ ਸੀਗੇ, ਪੁਰਾਣੇ ਜਿਹੜੇ ਲੋਕ ਆਏ ਹੋਏ ਨੇ, ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਜਾ ਕੇ ਜੌਬਸ ਕਰਨਾ ਚਾਹੁੰਦੇ ਨੇ ਜੀ। ਇਹ ਵੀ ਟ੍ਰੈਂਡ ਬੜਾ ਵੱਖਰਾ ਹੈ ਕਿ ਲੋਕ ਕੈਨੇਡਾ ਵੱਲ ਭੱਜਦੇ ਆ, ਕੈਨੇਡਾ ਵਾਲੇ ਅਮਰੀਕਾ ਵੱਲ ਭੱਜਦੇ, ਤੇ ਅਮਰੀਕਾ ਦੇ ਵਿੱਚ ਅੱਜ ਕਹਿੰਦੇ 2 ਬੰਦੇ ਕੋਈ ਕ੍ਰਾਸ ਕਰ ਰਹੇ ਸੀ ਕੈਨੇਡਾ ਆਉਣ ਲਈ, ਤੇ ਉਹਨਾਂ ਦੀ ਡੈਥ ਹੋ ਗਈ ਹੈ ਜੀ। 2 ਉਹਨਾਂ ਨੂੰ ਬੋਡੀਜ਼ ਮਿਲੀਆਂ ਤੇ ਬਾਕੀ ਫੈਮਿਲੀ ਦੀਆਂ ਹਜੇ ਬੋਡੀਜ਼ ਲੱਭ ਰਹੇ ਨੇ, 5-6 ਲੋਕ ਹੋਰ ਨੇ। ਸੋ ਇਹ ਬੜਾ ਟ੍ਰੈਂਡ ਹੈ ਜੀ। ਜਿਹੜਾ ਬੱਚਾ ਇੱਥੇ ਪੜ੍ਹਦਾ ਲਿਖਦਾ ਆ ਉਹ ਅਮਰੀਕਾ ਕਿਉਂ ਜਾਣਾ ਚਾਹੁੰਦਾ ਹੈ? ਕੀ ਕੈਨੇਡਾ ਇੰਨਾ ਸਮਰੱਥ ਨਹੀਂ ਹੈ ਕਿ ਆਪਣੇ ਟੈਲੈਂਟ ਨੂੰ ਸਾਂਭ ਕੇ ਰੱਖੇ? ਅਗੇਨ ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਜੀ। ਅਨਫੋਰਚੂਨੇਟਲੀ ਹਕੀਕਤ ਇਹ ਹੈਗੀ ਹੈ ਕਿ ਜਿਹੜੇ ਬੱਚੇ ਇੱਥੇ ਪੜ੍ਹ ਲਿਖ ਜਾਂਦੇ ਹੈਗੇ ਨੇ, ਚੰਗੀਆਂ ਜੌਬਸ ਲੈਣਾ ਚਾਹੁੰਦੇ ਨੇ, ਕਈ ਵਾਰੀ ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ, ਜਦ ਕਿ ਅਮਰੀਕਾ ਦੇ ਵਿੱਚ ਉਹਨਾਂ ਨੂੰ ਜ਼ਿਆਦੀਆਂ ਓਪਰਚੁਨਿਟੀਜ਼ ਮਿਲਦੀਆਂ ਹੈਗੀਆਂ ਨੇ। ਅਸੀਂ ਪਹਿਲਾਂ ਵੀ ਬਹੁਤ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਇੱਕ ਰਿਵਰਸ ਬ੍ਰੇਨ ਡਰੇਨ ਹੋ ਰਿਹਾ ਹੈਗਾ। ਜਿੱਥੇ ਭਾਰਤ ਤੋਂ ਬ੍ਰੇਨ ਡਰੇਨ ਹੋ ਰਿਹਾ ਹੈ, 12ਵੀਂ ਪਾਸ ਬੱਚੇ ਇੱਥੇ ਆ ਰਹੇ ਹੈਗੇ ਨੇ,
ਜਿਹੜੇ ਬੱਚੇ ਇੱਥੇ ਪੜ੍ਹ ਲਿਖ ਕੇ ਯੂਨੀਵਰਸਿਟੀਜ਼ ਵਿੱਚੋਂ ਬਾਹਰ ਕੰਮ ਕਰਨਾ ਚਾਹੁੰਦੇ ਨੇ, ਜਦੋਂ ਉਹਨਾਂ ਨੂੰ ਜੌਬਸ ਨਹੀਂ ਮਿਲਦੇ ਜਾਂ ਈਵਨ ਉਹ ਯੂਨੀਵਰਸਿਟੀ ਲੈਵਲ ਤੇ ਜਾ ਕੇ ਕੁਝ ਪ੍ਰੋਫੈਸ਼ਨਲ ਕੋਰਸਿਸ ਕਰਨਾ ਚਾਹੁੰਦੇ ਨੇ, ਉਹ ਭਾਵੇਂ ਮੈਡੀਸਨ ਹੋਏ, ਭਾਵੇਂ ਲਾਅ ਹੋਵੇ ਤੇ ਭਾਵੇਂ ਇੰਜੀਨੀਅਰਿੰਗ ਹੋਏ, ਉਹ ਬਾਹਰਲੇ ਮੁਲਕਾਂ ਜਾ ਕੇ ਉਹ ਪੂਰਾ ਕਰ ਰਹੇ ਹੈਗੇ ਨੇ। ਐਂਡ ਜ਼ਿਆਦਾਤਰ ਬੱਚੇ ਜਿਹੜੇ ਮੈਡੀਸਨ ਵਾਸਤੇ ਬਾਹਰ ਜਾਂਦੇ ਨੇ ਉਹ ਅਮਰੀਕਾ 'ਚ ਸੈੱਟ ਹੁੰਦੇ ਨੇ, ਕਿਉਂਕਿ ਉੱਥੇ ਰੈਜ਼ੀਡੈਂਸੀ ਵੀ ਉਹਨਾਂ ਨੂੰ ਮਿਲ ਜਾਂਦੀ ਹੈ, ਉਸ ਤੋਂ ਬਾਅਦ ਜੌਬਸ ਵੀ ਮਿਲ ਜਾਂਦੇ ਨੇ। ਜਦ ਕਿ ਕੈਨੇਡਾ ਵਾਪਸ ਆ ਕੇ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਉਹਨਾਂ ਨੂੰ। 100 ਚੋਂ ਹਾਰਡਲੀ 5 ਜਾਂ 10% ਜਿਹੜੇ ਬੱਚੇ ਨੇ ਉਹ ਇੱਥੇ ਸੈੱਟ ਹੋ ਸਕਦੇ ਨੇ, ਔਰ ਬਾਕੀ ਜਿਹੜੇ ਨੇ ਆਪਣੀ ਫੀਲਡ 'ਚੋਂ ਬਾਹਰ ਰਹਿ ਜਾਂਦੇ ਨੇ। ਸੋ ਇਸ ਕਰਕੇ ਅਮਰੀਕਾ ਜਿਹੜਾ ਇੱਕ ਪ੍ਰੈਫਰਡ ਡੈਸਟੀਨੇਸ਼ਨ ਬਣ ਜਾਂਦਾ ਹੈਗਾ ਕਿ ਜਿਹੜੀ ਉਹਨਾਂ ਕੋਲ ਐਜੂਕੇਸ਼ਨ ਹੈਗੀ ਹੈ, ਉੱਥੇ ਜਾ ਕੇ ਉਹਨਾਂ ਨੂੰ ਜੌਬ ਵੀ ਮਿਲ ਜਾਂਦਾ ਹੈ। ਐਂਡ ਆਫ ਕੋਰਸ ਕੈਨੇਡੀਅਨ ਪੇ ਸਕੇਲ ਜਿਹੜਾ ਹੈਗਾ ਉਹ ਅਮਰੀਕਨ ਪੇ ਸਕੇਲ ਨਾਲੋਂ ਕਿਤੇ ਘੱਟ ਹੈਗਾ। ਸੋ ਇਸ ਕਰਕੇ ਜ਼ਿਆਦਾਤਰ ਨੌਜਵਾਨ ਜਿਹੜੇ ਨੇ ਉਹ ਪ੍ਰੈਫਰ ਕਰਦੇ ਨੇ ਕਿ ਅਮਰੀਕਾ ਚਲੇ ਜਾਣ, ਉੱਥੇ ਚੰਗੀ ਸੈਟਲਮੈਂਟ ਵੀ ਉਹਨਾਂ ਦੀ ਹੋ ਜਾਏਗੀ ਤੇ ਨਾਲ ਉਹਨਾਂ ਨੂੰ ਮਾਇਆ ਵੀ ਜਿਹੜੀ ਹੈ ਮੱਚ ਮੋਰ ਮਿਲੇਗੀ ਐਜ਼ ਕੰਪੇਅਰ ਟੂ ਕੈਨੇਡਾ। ਜੀ ਸੋ ਹਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਅੱਜ ਸਮਾਂ ਇੰਨੀ ਕੁ ਇਜਾਜ਼ਤ ਦਿੰਦਾ ਆ ਕਿ ਤੁਹਾਡੀਆਂ ਗੱਲਾਂ ਅਸੀਂ ਦਰਸ਼ਕਾਂ ਤੱਕ ਪਹੁੰਚਾ ਸਕੀਏ। ਬਹੁਤ ਧੰਨਵਾਦ ਜੀ ਤੁਹਾਡਾ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਦਰਸ਼ਕੋ, ਜੇ ਤੁਹਾਡੇ ਵੀ ਕੋਈ ਸੁਝਾਅ ਹੋਣ ਇਸ ਪ੍ਰੋਗਰਾਮ ਲਈ ਜਾਂ ਤੁਹਾਨੂੰ ਲੱਗਦਾ ਹੈ ਕਿ ਫਲਾਣੇ ਮੁੱਦੇ ਵਿਚਾਰਨੇ ਚਾਹੀਦੇ ਨੇ, ਤਾਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ। ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਸ਼ਖਸ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਵਿਚਾਰੀਏ, ਤੇ ਅਸੀਂ ਰਲ ਮਿਲ ਕੇ ਹਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜੀ ਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਦਾ ਵੀ ਜਿਹੜਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਜਾਂਦੇ ਜਾਂਦੇ ਜਿਸ ਤਰ੍ਹਾਂ ਹਮੇਸ਼ਾ ਹੀ ਮੈਂ ਕਹਿੰਦਾ ਜੀ ਕਿ ਇੱਕੋ ਗੱਲ ਅਸੀਂ ਦੇਖੀਏ ਕਿ ਹਕੀਕਤ ਜੋ ਹੈ ਉਸ ਨੂੰ ਨਜ਼ਰਅੰਦਾਜ਼ ਨਾ ਕਰੀਏ, ਪਰ ਨਾਲ ਆਸਵੰਦ ਵੀ ਰਹੀਏ। ਆਸਵੰਦ ਇਸ ਕਰਕੇ ਲਈਏ ਕਿ ਇਹ ਮੁਲਕ ਅਜੇ ਵੀ ਬਹੁਤ ਬਿਹਤਰ ਹੈਗੇ ਨੇ ਜਿਹੜੇ ਮੁਲਕਾਂ 'ਚੋਂ ਅਸੀਂ ਆਉਂਦੇ ਹਾਂ, ਪਰ ਇਹ ਸਿਸਟਮ ਜਿਹੜਾ ਇੱਥੋਂ ਦਾ ਚੰਗਾ ਹੈਗਾ, ਉਸੇ ਕਰਕੇ ਇਸ ਸਿਸਟਮ ਦੇ ਕਾਰਨ ਅਸੀਂ ਕਹਿੰਦੇ ਇਹ ਮੁਲਕ ਚੰਗੇ ਨੇ। ਪਰ ਜੇਕਰ ਸਿਸਟਮ ਦੇ ਵਿੱਚ ਲੂਪ ਹੋਲਸ ਲੱਭ ਕੇ ਅਸੀਂ ਉਹਨਾਂ ਲੂਪ ਹੋਲਸ ਦਾ ਮਿਸਯੂਜ਼ ਕਰਾਂਗੇ, ਤਾਂ ਫਿਰ ਇਹ ਮੁਲਕ ਵੀ ਬਾਕੀ ਮੁਲਕਾਂ ਵਰਗੇ ਹੀ ਬਣ ਸਕਦੇ ਨੇ, ਜਿਹੜਾ ਕਿ ਇੱਕ ਟ੍ਰੈਂਡ ਅੱਜ ਨਜ਼ਰ ਆ ਰਿਹਾ ਹੈ। ਐਂਡ ਅਗੇਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਜੋ ਹਕੀਕਤ ਹੈ ਉਹ ਸਾਂਝ ਪਾਉਂਦੇ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰ ਚੀਜ਼ ਮਾੜੀ ਹੋ ਰਹੀ ਹੈ। ਬਹੁਤ ਕੁਝ ਚੰਗਾ ਵੀ ਸਾਡੀ ਕਮਿਊਨਿਟੀ ਵਿੱਚ ਹੋ ਰਿਹਾ ਹੈ। ਅਸੀਂ ਆਪਣਾ ਯੋਗਦਾਨ ਜੋ ਹੈ ਉਹ ਬਿਹਤਰ ਇਸ ਮੁਲਕ ਨੂੰ ਬਣਾਉਣ ਵਿੱਚ ਲਾਵਾਂਗੇ ਤਾਂ ਡੈਫੀਨੇਟਲੀ ਚੀਜ਼ਾਂ ਜਿਹੜੀਆਂ ਨੇ ਉਹ ਇੰਪਰੂਵ ਹੋਣਗੀਆਂ, ਤੇ ਅਸੀਂ ਇਸ ਮੁਲਕ ਦੇ ਵਿੱਚ ਕੈਨੇਡਾ ਵਿੱਚ ਰਹਿ ਕੇ ਆਨੰਦ ਮਾਣ ਸਕਨੇ ਹਾਂ, ਨਾ ਸਿਰਫ ਆਪਣੇ ਘਰਾਂ ਵਿੱਚ ਬਲਕਿ ਆਪਣੇ ਸਮਾਜ ਨੂੰ ਵੀ ਬਿਹਤਰ ਬਣਾ ਸਕਨੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਜੀ, ਬਹੁਤ ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जो लॉन्च हो चुका है हुण कैनेडा विच।